ਮੋਹ ਕੋਚਰਾ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਆਂਧ ਲਖੈ ਬਦਰਉ ਸੁਣੈ ਜੋ ਕਾਲ ਕਿਰਪਾ ਕਰਾਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਨਾਸਨ ਸੋਏ। ਜੁਗ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਦੇ ਪਵਿੱਤਰ ਚਰਨਾਂ ਵਿੱਚ ਬੈਠ ਕੇ ਗੁਰੂ ਦੀ ਬਾਣੀ ਸਰਵਣ ਕਰਨ ਦਾ ਸੁਭਾਗ ਸਮਾਂ ਆਪਣੇ ਜੀਵਨ ਦੇ ਮਿਲੇ ਸਵਾਸਾਂ ਨੂੰ ਸਫਲਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜੀਵਨ ਦੇ ਵਿੱਚ ਵਿਚਰਦਿਆਂ ਮਨੁੱਖ ਬਹੁਤ ਸਾਰੇ ਤਰੱਕੀ ਕਰ ਜਾਂਦੇ ਨੇ, ਬਹੁਤ ਸਾਰੇ ਆਪਣਾ ਜੀਵਨ ਬੇਅਰਥ ਗਵਾ ਕੇ ਸੰਸਾਰ ਵਿੱਚੋਂ ਚਲੇ ਜਾਂਦੇ ਨੇ। ਜੀਵਨ ਨੂੰ ਗਵਾ ਕੇ ਜਾਣ ਵਾਲਿਆਂ ਦੀ ਗਿਣਤੀ ਵੀ ਕੋਈ ਨਹੀਂ, ਤੇ ਜੀਵਨ ਵਿੱਚ ਤਰੱਕੀ ਕਰਕੇ ਜਾਂਦੇ ਆ ਉਹਨਾਂ ਦੀ ਵੀ ਗਿਣਤੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਨਹੀਂ ਹੈ। ਕਿੰਨੀ ਕੁ ਦੁਨੀਆ ਜੰਮਦੀ ਹੈ ਹਰ ਰੋਜ਼, ਕਿੰਨੀ ਕੁ ਮਰਦੀ ਹੈ, ਇਹਦੀ ਵੀ ਗਿਣਤੀ ਕਿਸੇ ਵੇਦ ਸ਼ਾਸਤਰ ਨੇ ਜਾਂ ਗ੍ਰੰਥ ਨੇ ਲਿਖੀ ਨਹੀਂ। ਆਵੇ ਜਾਹੇ ਅਨੇਕ ਮਰਮਰ ਜਨਮ ਤੇ, ਬਿਨ ਬੂਝੇ ਸਭ ਬਾਤ ਜੋਨੀ ਭਰਮ ਤੇ। ਗਿਣਤੀ ਕੋਈ ਨਹੀਂ, ਬਿਨਾਂ ਪਰਮੇਸ਼ਰ ਦੇ ਨਾਮ ਨੂੰ, ਬਿਨਾਂ ਪ੍ਰਭੂ ਦੀ ਗੱਲ ਨੂੰ ਬੁੱਝਣ ਤੋਂ ਬਿਨਾਂ ਸਭ ਸੰਸਾਰ ਭਰਮ ਦਾ ਹੈ। ਚਾਰ ਸ਼੍ਰੇਣੀਆਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਵੰਡ ਕੀਤੀ ਹੈ। ਅੰਡਜ ਜ਼ਹਿਰ ਸੇਤਜ ਉਤਪੁਜ। ਅੰਡਜ ਉਹ ਹੈ ਜਿਹੜੇ ਆਂਡਿਆਂ ਤੋਂ ਪੈਦਾ ਹੁੰਦੇ ਨੇ ਜੀਵ। ਅੰਡਜ ਵਿੱਚੋਂ ਜੇ ਮਹਾਨਤਾ ਕਿਸੇ ਨੂੰ ਮਿਲੀ ਹੈ ਤਾਂ ਮੋਰ ਨੂੰ ਮਹਾਨਤਾ ਮਿਲੀ ਹੈ। ਜਿਹੜੇ ਸ਼੍ਰੇਣੀ ਹੈ, ਜਿਹਦੇ ਵਿੱਚ ਮਨੁੱਖ ਆਉਂਦੇ ਨੇ, ਪਸ਼ੂ ਆਉਂਦੇ ਨੇ, ਜਿਹੜੇ ਜ਼ੇਰ ਤੋਂ ਪੈਦਾ ਹੁੰਦੇ ਨੇ। ਜਿਹੜੇ ਸ਼੍ਰੇਣੀ ਵਿੱਚ ਮਹਾਨਤਾ ਪਸ਼ੂਆਂ ਵਿੱਚੋਂ ਮਿਲੀ ਹੈ ਤੇ ਗਊ ਨੂੰ ਮਿਲੀ ਹੈ, ਤੇ ਇੱਕ ਸਿਹਤਜ ਸ਼੍ਰੇਣੀ ਹੈ। ਸਿਹਤਜ ਸ਼੍ਰੇਣੀ ਦੇ ਵਿੱਚ ਕੀੜੇ ਮਕੌੜੇ ਪਤੰਗੇ ਥੋੜ੍ਹੇ ਥੋੜ੍ਹੇ ਸਮੇਂ ਵਾਸਤੇ ਜੰਮਦੇ ਪੈਦਾ ਹੁੰਦੇ ਨੇ, ਮੱਛਰ ਵਗੈਰਾ। ਉਹਨਾਂ ਵਿੱਚੋਂ ਇੱਕ ਜੀਵ ਨੂੰ ਮਹਾਨਤਾ ਮਿਲੀ ਹੈ ਜਿਹਨੂੰ ਪਤੰਗਾ ਕਹਿੰਦੇ ਆ। ਤੇ ਉਤਪੁਜ ਸ਼੍ਰੇਣੀ ਆ, ਉਹਦੇ ਵਿੱਚ ਦਰਖਤ ਆਉਂਦੇ ਆ, ਬਨਸਪਤੀ ਆਉਂਦੀ ਆ, ਬੜੀਆਂ ਬੜੀਆਂ ਕੀਮਤੀ ਬੂਟੀਆਂ ਨੇ ਜਿਹੜੀਆਂ ਮਨੁੱਖੀ ਇਲਾਜ ਕਰਦੀਆਂ ਨੇ। ਗਿਣਤੀ ਕੋਈ ਨਹੀਂ ਹੈ, ਪਰ ਸਿਹਤ ਉਤਪੁਜ ਸ਼੍ਰੇਣੀ ਦੇ ਵਿੱਚੋਂ ਜੇ ਮਹਾਨਤਾ ਮਿਲੀ ਹੈ ਤੇ ਚੰਦਨ ਨੂੰ ਮਿਲੀ ਹੈ। ਚੰਦਨ ਦਾ ਨਾਮ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਤੰਗੇ ਦਾ ਨਾਮ ਵੀ ਹੈ ਤੇ ਮੋਰ ਦਾ ਨਾਮ ਵੀ ਹੈ। ਜਿਹੜੇ ਸ਼੍ਰੇਣੀ ਵਿੱਚੋਂ ਇੱਕੋ ਇੱਕ ਜੋਨੀ ਹੈ, ਮਾਨਸ ਜੋਨੀ, ਉਹਦੇ ਵਿੱਚ ਵੀ ਸਾਰਿਆਂ ਨੂੰ ਮਾਨਤਾ ਨਹੀਂ ਮਿਲੀ, ਕਿਉਂਕਿ ਬਹੁਤ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੂਸਰੀਆਂ ਜੋਨਾਂ ਦੇ ਬਰਾਬਰ ਵੀ ਲਿਖਿਆ ਹੈ। ਮਿਸਾਲ ਦੇ ਤੌਰ ਤੇ ਪਸ਼ੂਆਂ ਦੇ ਵੀ ਬੱਚੇ ਹੁੰਦੇ ਆ, ਮਨੁੱਖਾਂ ਦੇ ਵੀ ਹੁੰਦੇ ਆ,
ਪਾਲਣਾ ਕਰਨ ਦੀ ਸੋਝੀ ਜਾਨਵਰਾਂ ਨੂੰ ਵੀ ਹੈ, ਪਾਲਣਾ ਕਰਨ ਦੀ ਸੋਝੀ ਮਨੁੱਖ ਨੂੰ ਵੀ ਹੈ। ਇੱਕੋ ਇੱਕ ਮਹਾਨਤਾ ਹੈ ਮਨੁੱਖ ਦੇ ਅੰਦਰ ਕਿ ਉਹ ਪ੍ਰਭੂ ਦੀ ਗੱਲ ਨੂੰ ਸਮਝਦਾ ਹੈ, ਪਰਮੇਸ਼ਰ ਦੀ ਗੱਲ ਨੂੰ ਜਾਣਦਾ ਹੈ ਔਰ ਆਉਣ ਵਾਲੇ ਤਰੱਕੀ ਕਰਨ ਦਾ ਜਿਹੜਾ ਤਰੀਕਾ ਹੈ ਉਸ ਨੂੰ ਜਾਣਦਾ ਹੈ। ਜੇ ਮਨੁੱਖ ਨੂੰ ਇਸ ਗੱਲ ਦਾ ਗਿਆਨ ਨਹੀਂ, ਮੈਂ ਕੀ ਕਰਨ ਆਇਆ ਸੀ, ਕੀ ਕਰਨਾ ਸੀ, ਕੀ ਨਹੀਂ ਕੀਤਾ, ਕੀ ਕਰਨਾ, ਕੀ ਕਰ ਰਿਹਾ, ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਗੁਰਮੰਤਰ ਹੀਣਸ ਜੋ ਪ੍ਰਾਣੀ ਤਰਗੰਤ ਜਨ ਪ੍ਰਸਟਣੈ, ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੇ ਤੁਲ ਖਲੈ। ਕਾਂ ਦੀ ਜੂਨ ਸਭ ਤੋਂ ਮਾੜੀ ਹੈ। ਇਹ ਮਾੜੀ ਤੋਂ ਮਾੜੀ ਚੀਜ਼ ਵੀ ਖਾ ਜਾਂਦਾ ਤੇ ਚੰਗੀ ਤੋਂ ਚੰਗੀ ਚੀਜ਼ ਵੀ ਖਾ ਜਾਂਦਾ। ਸੂਰ ਦੀ ਜੂਨ ਸਭ ਤੋਂ ਮਾੜੀ ਹੈ, ਮਾੜੀ ਤੋਂ ਮਾੜੀ ਚੀਜ਼ ਵੀ ਖਾ ਜਾਂਦਾ ਤੇ ਚੰਗੀ ਤੋਂ ਚੰਗੀ ਵੀ ਖਾ ਜਾਂਦਾ। ਕੁੱਤਾ ਹੈ, ਕੁੱਤਾ ਵੀ ਚੰਗੀ ਚੀਜ਼ ਖਾ ਜਾਂਦਾ, ਮਾੜੀ ਤੋਂ ਮਾੜੀ ਵੀ ਖਾ ਜਾਂਦਾ। ਤੇ ਸੱਪ ਹੈ, ਸੱਪ ਦੀ ਜੂਨ ਵੀ ਸਭ ਤੋਂ ਮਾੜੀ ਹੈ। ਇੱਕ ਗਧਾ ਹੈ, ਗਧੇ ਦੀ ਜੂਨ ਵੀ ਸਭ ਤੋਂ ਮਾੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਜਿਨ੍ਹਾਂ ਮਨੁੱਖਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਗਿਆਨ ਨਹੀਂ ਔਰ ਇਸ ਪਾਸੇ ਨੂੰ ਨਹੀਂ ਤੁਰਦੇ, ਉਹਨਾਂ ਨੂੰ ਇਹਨਾਂ ਜੂਨਾਂ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ, ਇੱਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹਿ ਮਨ। ਪਰਮੇਸ਼ਰ ਦਾ ਪ੍ਰੇਮ ਕਿਸੇ ਮਨੁੱਖ ਦੇ ਅੰਦਰ ਨਹੀਂ। ਜੈਸੇ ਸੂਕਰ ਸਵਾਨ ਨਾਨਕ ਮਨੁ ਤਾਹੇ ਤਨ। ਜਿੱਦਾਂ ਸੂਰ ਤਾਂ ਕੁੱਤੇ ਨੂੰ ਤਨ ਪ੍ਰਾਪਤ ਹੋਇਆ, ਉੱਦਾਂ ਹੀ ਉਸ ਬੰਦੇ ਨੂੰ ਵੀ ਤਨ ਪ੍ਰਾਪਤ ਹੋ ਗਿਆ। ਕੋਈ ਫਰਕ ਨਹੀਂ ਦੱਸਿਆ, ਇੱਕੋ ਹੀ ਬਰਾਬਰ ਹੈ ਦੋਏ। ਇਹਨਾਂ ਗੱਲਾਂ ਨੂੰ ਸਮਝਾਉਣ ਵਾਸਤੇ, ਇਹਨਾਂ ਗੱਲਾਂ ਦਾ ਗਿਆਨ ਦੇਣ ਵਾਸਤੇ ਮੁੱਢ ਤੋਂ ਲੈ ਕੇ ਸਤਿਯੁਗ ਤੋਂ ਲੈ ਕੇ ਅਵਤਾਰ ਤੁਰੇ ਆਏ ਔਰ ਗਿਆਨ ਦਿੰਦੇ ਰਹੇ। ਗਿਆਨ ਅੱਗੇ ਤੋਂ ਅੱਗੇ ਉਹਨਾਂ ਦੇ ਪੈਰੋਕਾਰ, ਉਹਨਾਂ ਦੇ ਸੇਵਕ ਉਸ ਗਿਆਨ ਦਾ ਪ੍ਰਚਾਰ ਕਰਦੇ ਰਹੇ। ਜਿਨ੍ਹਾਂ ਨੇ ਉਸ ਗਿਆਨ ਨੂੰ ਮੰਨ ਲਿਆ, ਮੰਨ ਕੇ ਉਸ ਗਿਆਨ 'ਤੇ ਚੱਲ ਗਏ, ਉਹ ਕਿੱਥੇ ਪਹੁੰਚੇ, ਉਹਨਾਂ ਨੂੰ ਕੀ ਮਿਲਿਆ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ। ਉਹਨਾਂ ਨੂੰ ਇਹ ਪਦਵੀ ਪ੍ਰਾਪਤ ਹੋਈ ਹੈ ਜਿਸ ਪਦਵੀ ਵਾਲੇ ਪੁਰਖਾਂ ਦੀ ਅੱਜ ਤੁਸੀਂ ਯਾਦ ਮਨਾ ਰਹੇ ਹੋ। ਸਤਿਯੁਗ ਵਿੱਚ ਮਨੁੱਖਾਂ ਦੇ ਸੁਭਾਅ ਸੰਤੋਖੀ ਸਨ, ਲੋਭੀ ਨਾ ਸੀ। ਧਰਮੀ ਲੋਕ ਸਨ। ਧਰਮੀ ਲੋਕ, ਕੁਦਰਤੀ ਗੱਲ ਹੈ, ਧਰਮੀ ਉਹ ਹੈ ਜਿਹੜਾ ਸੰਤੋਖੀ ਹੈ। ਲੋਭੀ ਪੁਰਖ ਧਰਮੀ ਹੋ ਨਹੀਂ ਸਕਦਾ। ਚਾਹੇ ਵੇਦ ਪੜ੍ਹ ਲਓ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਲਓ, ਕਿਉਂਕਿ ਲੋਭੀ ਕਿਸੇ ਦਾ ਮਿੱਤਰ ਦੱਸਿਆ ਹੀ ਨਹੀਂ ਹੈ। ਜਿਹੜਾ ਲੋਭੀ ਹੈ ਉਹ ਕਿਸੇ ਦਾ ਸਕਾ ਨਹੀਂ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜ਼ਿਕਰ ਹੈ, ਲੋਭੀ ਕਾਬੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤ ਕਾਲ ਦਿੱਥੇ ਤੋਹੇ ਜਿੱਥੇ ਹੱਥ ਨਾ ਪਾਏ। ਜਦੋਂ ਲੋਭੀ ਬੰਦੇ ਵੱਧ ਜਾਣ ਤੇ ਸੰਤੋਖ ਘਟ ਜਾਂਦਾ, ਜਦੋਂ ਸੰਤੋਖ ਵੱਧ ਜਾਵੇ ਤਾਂ ਲੋਭੀ ਘਟ ਜਾਂਦੇ। ਸਤਿਯੁਗ ਤਾਂ ਕਹਿੰਦੇ ਸੀ, ਉਦੋਂ ਸੰਤੋਖੀ ਬੰਦੇ ਸੀ, ਸਾਰੇ ਧਰਮ ਨਾਲ ਜੁੜੇ ਹੋਏ ਸੀ, ਸਤਿਯੁਗ ਸੀ। ਧਰਮੀ ਪੁਰਖ ਦੇ ਅੰਦਰ ਮਤਸਬ ਨਹੀਂ, ਧਰਮੀ ਪੁਰਖ ਦੇ ਅੰਦਰ ਝਗੜਾ ਨਹੀਂ, ਧਰਮੀ ਪੁਰਖ ਦੇ ਅੰਦਰ ਕੋਈ ਲੋਭ ਲਾਲਸਾ, ਕੋਈ ਮੋਹ ਮਮਤਾ ਨਹੀਂ ਹੈ। ਜਦੋਂ ਐਸਾ ਸਮਾਂ ਵਰਤ ਜਾਵੇ ਉਸ ਨੂੰ ਕਹਿੰਦੇ ਆ ਸਤਿਯੁਗ। ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਦੀ ਚੀਜ਼ ਨੂੰ ਹਥਿਆਉਣਾ ਨਹੀਂ। ਕਿਸੇ ਨੂੰ ਦੁਸ਼ਮਣ ਮਿੱਤਰ ਤਾਂ ਹੀ ਮਨੁੱਖ ਮੰਨਦਾ ਜਦੋਂ ਲੋਭ ਦੀ ਅੰਸ਼ ਉਹਦੇ ਅੰਦਰ ਵਸਦੀ ਹੈ।
सतयुग रथ संतोख का धर्म के रथवा। धर्म चलाउंदा है तो संतोख का रथ है। बहुत सारे मनुख तुहानू धर्म के नाल जुड़े मिलणगे। हिंदू है वह बाणा होर है, ਉਹਦੇ कुछ चिन्ह ने, वो चिन्हों तो पता लग जाता हिंदू धर्म का मनण वाला है। मुसलमान धर्म है, ਉਹਦੇ धर्म के चिन्हों तो पता लग जाता किहड़े धर्म नाल संबंधित है। सिख धर्म है, ਉਹਦੇ भी कुछ चिन्ह ने, उन्हां चिन्हों तो पता लग जाता, भेख तो पता लग जाता किहड़े धर्म नाल संबंधित है। बहुत दुनिया धर्म नाल जुड़ी हुई मनुख तुहानू मिलणगे और देखण नूं बड़े मिलणगे, पर जदों उन्हां दा पता लगेगा, उन्हां दे विच वड़ के देखीए तां उन्हां पुरखां दे विच बहुत कमियां नज़री पैणगीਆਂ। ਜਿਹੜੇ ਬਾਈ ਬਾਲੇ वाली जन्म साखी पढ़ते होंगे, तुहाडे विच भी शायद बहुतिਆਂ ने पढ़ी होवेगी। ਉਹਦੇ ਵਿੱਚ एक जिक्र अजिते रंधावे ਦੇ ਨਾਲ ਗੋਸ਼ਟ ਕਰਦਿਆਂ गुरु नानक देव महाराज ने एक बचन अजिते रंधावे नाल कीता है। ਇਹਦੇ ਨਾਲ महाराज का बहुत प्यार सी, आने वाले भविख वाले बचन भी ਉਹਦੇ ਨਾਲ कीते ते कुछ रूहानियत के बचन भी अजिते दे नाल गुरु नानक देव महाराज ने कीते। ਇਹ ਜਿਹੜਾ ਹੁਣ वाला समा वरतदा, ਇਹਦਾ भी जिक्र अजिते रंधावे ਦੇ ਨਾਲ गुरु नानक साहब जी ने किया। उन्होंने शुरू इत्थों किया कि क्योंकि जिहदी क्लास नहीं उहदा पेपर नहीं, तो जिहदा पेपर नहीं तो उहदी तरक्की नहीं। चाहे धार्मिक पक्ष का क्लास है, चाहे समाजिक पक्ष की क्लास है, चाहे पिता पुत्र की क्लास है। पिता भी अपने पुत्र नूं परख के जमीन दिंदा नहीं, दिंदा नहीं है। हरेक धर्म के अंदर प्रीख्या हुई है। जिहड़ा प्रीख्या विच पास हो गया अगे तरक्की कर गया, जिहड़ा फेल हो गया वो फिर रह गया, उन्होंने समा लग गया। गुरु ग्रंथ साहिब विच लिखिया, सतयुग सच कहे सब कोई, घर घर गुरमुख भगत होई। जिहड़े सच बोलते सन गुरमुखां की गिणती विच सन, भगतां की गिणती विच सन। जिहड़े सच नाल नहीं जुड़े सन वो भगतां की गिणती विच भी नहीं, ते वो गुरमुखां की गिणती विच भी नहीं। सतयुग दे विच 15 करोड़ सिख गुरु नानक देव महाराज ने अपनी रसना तो ये बचन लिखिया है। ये नहीं कि हुण सिख धर्म असी हुण तो ही तुरे हैं, जद तो सृष्टि साजी है असी तुसी सारे जादियां रूहां साजियां हुईयां, एको बारी सारी सृष्टि साज दिती है। वो अपने अपने कर्मां मुताबक अपनी अपनी जोन प्राप्त कर जाते। जो किसी की इच्छा होंदी वो इच्छा मुताबक वो जोन में चलिया जाता। उदों जिहड़ा भी धर्म सी, रूप प्रहलाद का सनातन मत का धर्म सी, जिहड़ा भी धर्म सी उस धर्म दे विच असी तुसी शायद तुहाडे विचों कुछ रूहां उस वेले होणगियां। उस वेले सोहंग मंत्र का जाप करते सी। सोहंग जिहड़ा प्रहलाद ध्रुव नूं उपदेश बख्शिया सी नारद जी ने, वो सी ओम नमो भगवत वासुदेव आ। एक मंत्र ये सी, एक सोहम। ये 2 अखरां दा शब्द सतयुग का है। उस वेले जिन्हां जिन्हां गुरमुखां ने ये शब्द जपिया, जप के तरक्की की, अखीर में एक पेपर पाया, जिहड़ा पेपर हुण सिख धर्म के अगे भी है। साहिब गुरु गोबिंद सिंह साहिब जी महाराज हजूर साहिब की पवित्र धरती ते एक बचन सिखां नाल कीता सी। मेरा ख्याल शायद बहुत कुछ % बंदे होणगे जिहड़े उस बचन ते खड़े होणगे।
बाकी तकरीबन बचन ਨੂੰ ਛੱਡ चुके होणगे। वो बचन गुरु ने कीता सी कि आग्या पई अकाल की तबे चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभ को मिलियो चाहे। इत्थे मिलियो अखर है, कोई कुछ पढ़ जाता कोई कुछ पढ़ जाता, चेता रखियो इत्थे मिलियो अखर है। ये हथ लिखत पोथी है, भाई हर सिंह जी ने लिखी है। ਜਿਹੜਾ गुरु गोबिंद सिंह साहब जी की हर रोज़ की डायरी लिखता सी, किहड़ा सिख आया उन्हें की किया, तो गुरु गोबिंद सिंह साहब जी महाराज ने उसका की जवाब दिता। ये अखर भाई हर सिंह जी ने लिखे, जो प्रभ को मिले हो चाहे खोज शब्द मिले। तो जिस तरह मैं बैठा इस तरह गुरु ग्रंथ साहब जी को मन लो। जे मैनू कोई मिलना चाहूगा तो यह तरीका ये मेरे नाल गल भी कर लियो। अज उही जे गुरु गोबिंद सिंह साहब जी महाराज प्रतख रूप में बैठे होण, सिखां की भावना की होवेगी। तो अज गुरु ग्रंथ साहब जी बैठे ने। मैं तां संगत नाल बचन कीता, मैं किसी ते किंतु परंतु नहीं करदा। मैं तो एक ये गल करदा कि पेपर है एक, ਜਦੋਂ पेपर किसी धर्म का पै जाता, जो पेपर में कोई फेल हो जाए वो कई क्लास पिछे चलिया जाता। जिन्हां जिन्हां सिखां ने गुरु ग्रंथ साहब जी ने गुरु गोबिंद सिंह साहब का रूप मन्निया, गुरु नानक का रूप मन्निया, उन्होंने प्राप्ति हो गई। उन्हां दी पूजा भी गुरु गोबिंद सिंह साहब जी वांगर ही दुनिया दे विच हुई। जिन्हां ने नहीं मन्निया, मिसाल के तौर पर है, मैं किसी दे किंतु परंतु नहीं करता, मत भुलेखा मैं करता नहीं हुंदा। कथा दे विच मैं एक गल जरूर कहना हुंदा, जदों जिहड़ा कपड़ा असीं गुरु ग्रंथ साहब जी ते दिन्ने आ, वो कपड़ा जे कोई आप समा सकदा होवे तां फिर गुरु ते भी दे देवे। बहुत घटिया किस्म के कई बारी रमाले दे दिंदे आ, वो फिर गुरु गोबिंद सिंह साहब का रूप नहीं मनदे। हो उस वेले 15 करोड़ सिख सतयुग दे विच जिहड़ा भी धर्म उस वेले चलदा सी, उहदे मगर 15 करोड़ लगे। 15 करोड़ नूं पेपर पाया जिहड़ा गुरु गोबिंद सिंह साहब जी महाराज ने सिखां नूं पाया हजूर साहब की धरती ते। उस वेले एक परंपरा चलदी सी, साध संगत तुसीं पढ़ लिओ, जन साखी भाई बाले वाली। भाई बाला गुरु अंगद देव महाराज नूं ये बचन लिखा रहा, और गुरु अंगद देव महाराज सुन रहे हैं तो पैड़ा मोखा लिख रहा। उस वेले एक परंपरा चलती सी कि पशु मार देना, तो मार के वह मांस रिन लैना, तो रिन के लोगों नूं वंड देना, तो वह हड्डियां कट्ठियां करके मांस इकट्ठा करके एक थां रख के वेदां दा मंत्र पढ़ना, तो मुड़ के डंगर पशु जींदा कर दिंदे सी। ये गुरु विच पावर सी, बाकी सारियां विच पावर नहीं सी। ये मर्यादा भगवान कृष्ण तक चलती रही, जिन्ना चिर भगवान कृष्ण महाराज का शरीर रहा। ये मर्यादा उदों तक कायम रही। उन्हां तों बाद फिर मर्यादा सत्या घट गई, वेद पाठियां की सत्या घट गई। जिद्दां हुण पाठी ਸਿੰਘਾਂ की सत्या घट गई है, पाठ करन वालियां की सत्या नहीं रही। वो जो पाठ का फल मिलना सी वो नहीं मिलता। वो जदों सत्या घट गई तो फिर गऊ जींदी ना हुई, और फिर गऊ जींदी नहीं हुई तो जिन्हों ने खा ली उन्होंने होर पासा ले लिया, जिन्हें छड्ड दी उन्हें होर पासा ले लिया। उस वेले पेपर पा के हाथी मारिया, हाथी मार के छोटा छोटा वह मांस रिन के बना दिता। हाथी मेद जग कहते उन्होंने। गैंडा मार हो होम जग कीए देवतियां की बाणे, वह जग किया। तो हाथी जिहड़े 15 करोड़ सिख सी उन्होंने कहा भी गुरु समर्थ है, जो गुरु ने बचन किया उन्होंने सच करके मन लो। गुरु का हुक्म है मांस खाओ। जिदा गुरु अंगद देव महाराज ने कहा सी, मैं लैणिया मुर्दा खा ला।
ਹੋਰ कोई मुर्दा उसकी जीभ के स्वाद वास्ते नहीं सी खिलाउणा। होर जे कोई कहे भी हाथी उस वेले गुरु ने सिखां नूं खिलाउण की कोशिश की, नहीं, जीभ के स्वाद वास्ते नहीं। उन्हें कहा हाथी खाओ, साडा बचन मनो। 15 करोड़ के विचों 5 करोड़ तो मन गए, 10 करोड़ सिख भरम गए। 10 करोड़ ने कहा जीवदा नहीं होना, पाप है। जब रब की प्राप्ति करनी है तो किसी का दिल दुखी नहीं करना है। जे एक का भी दुखी हो गया तो रब ने दुखी हो जाना। जदों कथा वार्ता करदियां एक बंदा भी विच बैठा दुखी हो गया तो रब दुखी हो जाएगा। बाबे फरीद साहब जी ने कहा जे तो प्रिया की सिख, जे तैनूं रब दे मिलन की इच्छा है, जे अंदर तेरे ये गल है मैं रब नूं मिलना, तो किसी बंदे का दिल दुखी ना करी। एक फिक्का ना गलाए सबना मैं सच्चा धनी। फिक्का बोल किसी नूं कौड़ा बोल बोली ना, सबना मैं सच्चा धनी। मानक सब अमोलवे हियाओ ना ठाही कही दा। जेदा तू दिल दुखी किया वो रब बैठा सी, रब दुखी हो गया तो तैनूं सुख मिलना नहीं। सिखां नूं हुक्म किया भी मांस खा लो, असीं जींदा कर देना। गुरु समर्थ है। 4 पैरों का सिर वड्ढिया होया मूसन का सिर पंचम पातशाह जी ने जोड़ दिता सी। समन मूसन की कथा तुसीं जानते होवोगे। मूसन का सिर वड्ढिया होया 4 पैरों का गुरु अर्जन देव महाराज ने जोड़ के उसनूं खड़ा कर दिता सी। 10वें पातशाह गुरु गोबिंद सिंह साहब जी महाराज ने 5 सिखां के सिर वड्ढ के उन्होंने मुड़ के खड़े कर दिता। इतिहास है, कोई लुकी छिपी गल नहीं है। समा बदलता गया, उन्होंने हाथी रिन्या। 10 करोड़ ने कहा भी नहीं ये जिउंदा नहीं होना, पाप है। जिद्दां हुण भी तुसीं जिन्ने बैठे मैं भी तुहाडे विच ही हो सकता मेरी भी वो शरधा ना होवे जिहड़ी गुरु गोबिंद सिंह साहब वाली होवे। जे गुरु ग्रंथ साहब जी महाराज की जगह तो गुरु गोबिंद सिंह साहब बैठे होणगे फिर मेरा ख्याल शायद तुसीं इदां नहीं बैठे होना सी। मैं भी तुहाडे विच ही हाँ। ये ना समझियो कि मैं शायद समझ के बैठा। भावना मनुख की बदल जाती है जब कोई चीज़ दिसदी नहीं है, उस वेले मनुख की भावना में फर्क पै जाता। हाज़र नाज़र, गुरु हाज़र है ना नज़र विच है। उस नज़र विच लियाउण वास्ते गुरु ने गल दसी है, तू हुक्म मन, हुक्म मन्निया होवे प्रवान। हुक्म मन्निया तैनूं दिस जूगा, जे हुक्म नहीं मन्नेगा तो तैनूं कुछ नहीं दिसूगा। फिर गुरु वाली निगाह तेरे विच, जे तू हुक्म मन गया गुरु की तेरी लैन सीधी हो गई, गुरु वाली निगाह तेरे विच आ गई, तैनूं भी गुरु दिस गया। 5 करोड़ ने हाथी खा लिया तो 10 करोड़ कहते जी असी नहीं खाना। वो कहते देख लो पेपर आ, असी हाथी जीवदा कर देना। वो गुरु ही नहीं है जिहड़ा मार के जींदा नहीं कर सकता। गुरु समर्थ नहीं है। समर्थ गुरु सिर हथ धरियो, मार भी देना जीवदा भी कर देना। दुनिया नूं चिड़ियाँ मार भी दित्तियां, बाबे फरीद साहब ने उड़ा भी दित्तियां। पावर है। 10 करोड़ जो 5 करोड़ ने कोड़ा हाथी खा लिया, उन्हें छिट्टा मारिया, हाथी मुड़ के खड़ा कर दिता। 10 करोड़ पैरी पै गए। कहते जी गलती हो गई, माफ़ी बख्शो सानू, हुण आग्या बख्शो, असी हुण खा लेने। कहते पेपर लीक हो गया, पेपर थोड़ो है। जब एक बार पेपर चों फेल हो जाए कोई साल पिछे पै जाता, पढ़ाई वो कोले रहिंदी है, पढ़ाई नहीं खत्म होंदी। अगले युग ते बारी आवेगी। वो फिर 10 करोड़ रह गए। 10 करोड़ नूं समा मिलिया, असी तुसीं विच ही होवांगे, शायद तुहाडे विचों बहुत सारे होणगे, असी भी होवांगे। हुण तां कट्टरता ही वध गई। वो कहंदे सिख सिद्धे ही उतरे आ। ये तां धर्म थोड़े 100 साल 500-600 साल ही होया। युग बदल गया, अवतार बदल गया, नाम भी बदल गया। उस वेले रारा राम जपे सुख पावे, दुनिया राम राम जपण लग गई। फिर उस वेले 21 करोड़ सिख, 10 तो वही आ गए, 11 होर लग गए, 21 करोड़ लगे। तो फिर उन्होंने गैंडा मेद जग किया।
ਤਾਤ ਪਰ ਦੱਸਣ ਦਾ ਗੱਲ ਇਹ ਹੈ, ਉਸ ਵੇਲੇ ਫਿਰ 7 ਕਰੋੜ ਨੇ ਘੋੜਾ ਗੈਂਡਾ ਖਾਧਾ, 14 ਕਰੋੜ ਭਰਮ ਗਏ। ਫਿਰ ਅਵਤਾਰ ਬਦਲ ਗਿਆ, ਨਾਮ ਬਦਲ ਗਿਆ, ਯੁੱਗ ਬਦਲ ਗਿਆ। ਭਗਵਾਨ ਕ੍ਰਿਸ਼ਨ ਆਏ, ਘੋੜਾ ਮੇਧ ਜੱਗ ਕੀਤਾ। ਉਸ ਵੇਲੇ 36 ਕਰੋੜ ਸਿੱਖ ਗੁਰੂ ਮਗਰ ਲੱਗਿਆ। 36 ਕਰੋੜ ਚੋਂ 15 ਕਰੋੜ ਨੇ ਘੋੜਾ ਖਾ ਲਿਆ, 21 ਫਿਰ ਰਹਿ ਗਏ। ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਕਾਕਾ ਅਜਿੱਤਿਆ, ਅੱਗੇ ਤਾਂ ਜਾਨਵਰ ਮਾਰਦੇ ਸੀ, ਪਸ਼ੂ ਮਾਰਦੇ ਸੀ, ਹੁਣ 96 ਕਰੋੜ ਸਿੱਖ ਗੁਰੂ ਦੇ ਮਗਰ ਲੱਗਣਾ। 96 ਕਰੋੜ ਹਾਲੇ ਸਿੱਖਾਂ ਦੀ ਆਬਾਦੀ ਨਹੀਂ ਹੋਈ, ਵਿੱਚ ਬਹੁਤ ਚਲੇ ਵੀ ਜਾਂਦੇ ਆ, ਗਿਣਤੀ ਵੱਧਦੀ ਘਟਦੀ ਰਹਿੰਦੀ ਆ। 96 ਕਰੋੜ ਦੇ ਵਿੱਚ ਨਰਕਾਂ ਦੇ ਅਧਿਕਾਰੀ ਬਹੁਤੇ ਹੋਣੇ ਆ ਤੇ 5 ਸਿੱਖ ਪਾਸ ਹੋਣੇ ਆ। ਅੱਗੇ ਪਸ਼ੂ ਮਾਰਦੇ ਸੀ, ਹੁਣ ਬੰਦਾ ਮਾਰਿਆ ਜਾਣਾ। ਗੁਰੂ ਵੱਡਾ ਭਾਰੀ ਸਾਂਗ ਵਰਤੇਗਾ, ਜਿਹੜਾ ਉਸ ਵੇਲੇ ਪਾਸ ਹੋਵੇਗਾ ਉਹਨਾਂ ਦੇ ਮਗਰ ਲੱਗ ਕੇ ਦੁਨੀਆ ਦਾ ਆਧਾਰ ਹੋ ਜਾਵੇਗਾ। ਹੁਣ ਪਸ਼ੂ ਨਹੀਂ ਮਾਰਿਆ ਜਾਵੇਗਾ, ਬੰਦਾ ਮਾਰਿਆ ਜਾਵੇਗਾ। ਬੜੀ ਔਖੀ ਘਾਟੀ ਹੈ। ਆਪਣਾ ਸਿਰ ਪੇਸ਼ ਕਰ ਦੇਣਾ ਗੁਰੂ ਅੱਗੇ, ਸਿਰ ਵੱਢ ਲਓ ਜੀ, ਰੱਖ ਲਓ ਜੀ, ਤੁਹਾਡਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਬਚਨ ਕੀਤਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਜਿਨ੍ਹਾਂ ਦੀ ਤੁਸੀਂ ਬਰਸੀ ਮਨਾ ਰਹੇ ਹੈ, ਮੈਂ ਉਹਨਾਂ ਦੀ ਇੱਕ ਬਚਨ ਸੁਣਾਉਣਾ ਤੁਹਾਨੂੰ। ਮਜੀਠੇ ਦੇ ਉਰਲੇ ਪਾਸੇ ਇੱਕ ਟਿੱਗ ਨੰਗਲ ਪਿੰਡ ਹੈ, ਉੱਥੇ ਮਹਾਂਪੁਰਸ਼ ਜਾਂਦੇ ਹੁੰਦੇ ਸੀ, ਅੱਜ ਵੀ ਉੱਥੇ ਦਿਨ ਮਨਾਉਂਦੇ ਹੈ। ਉੱਥੇ ਇੱਕ ਬਜ਼ੁਰਗ ਨੇ ਇਸ ਗੱਲ ਦਾ ਜਵਾਬ ਮਹਾਂਪੁਰਸ਼ਾਂ ਨੂੰ ਪੁੱਛਿਆ ਸੀ। ਕਹਿੰਦਾ ਜੀ ਮਹਾਰਾਜ, 5 ਪਿਆਰਿਆਂ ਦੇ ਸਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੱਢੇ, ਫਿਰ ਜੋੜੇ ਕਿੱਦਾਂ? ਮਹਾਂਪੁਰਖ ਕਹਿੰਦੇ, ਲਿਆ ਤੇਰਾ ਵੱਢ ਦਿੰਦੇ, ਤੇਰੇ ਸਾਹਮਣੇ ਜੋੜ ਦੇਣਾ। ਉਹ ਫਿਰ ਚੁੱਪ ਕਰ ਗਿਆ। ਜੋੜਨ ਵਾਲਾ ਸਮਰੱਥ ਸੀ, ਪਰ ਵਢਾਉਣੇ ਵਾਲਾ ਤਿਆਰ ਨਹੀਂ ਸੀ। ਇਹ ਫਿਰ ਪਰੰਪਰਾ ਮਰਜ਼ਾਦਾ ਚਲਾ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ। ਸਿੱਖ ਉਹ ਪ੍ਰਵਾਨ ਹੈ ਜਿਹੜਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਜੇ ਸਿੱਖ ਨੇ ਆਪਣੇ ਕੋਲ ਕੁਛ ਨਹੀਂ ਰੱਖਿਆ, ਜੋ ਕੁਛ ਹੈ ਗੁਰੂ ਦੇ ਅਰਪਣ ਕਰ ਦਿੱਤਾ, ਉਹਨਾਂ ਦੀ ਪੂਜਾ ਸੰਸਾਰ ਨੇ ਕੀਤੀ। ਤਨ ਮਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿੰਨ ਹੀ ਸੁਣਿਆ ਦੁੱਖ ਸੁਖ ਮੀਰਾ ਤੋ ਬਿਧਨੀ ਕੀ ਖਟਾਨੀ। ਬਹੁਤ ਸਿੱਖਾਂ ਦੇ ਪੇਪਰ ਪਏ, ਬਹੁਤ ਸਾਰੇ ਸਿੱਖ ਫੇਲ ਵੀ ਹੋਏ। ਉਸ ਸੰਪਰਦਾ ਦੇ ਵਿੱਚੋਂ ਜਿਹੜੀ ਸਿਰ ਦੇ ਕੇ ਸੰਪਰਦਾ ਸ਼ੁਰੂ ਹੋਈ ਸੀ ਭਾਈ ਦਇਆ ਸਿੰਘ ਜੀ ਦੀ, ਉਹ ਸੰਪਰਦਾ ਦੇ ਵਿੱਚੋਂ ਇਹ ਮਹਾਂਪੁਰਖ 10ਵੀਂ ਜਗ੍ਹਾ 'ਤੇ ਆਏ ਹੈ। ਭਾਈ ਦਇਆ ਸਿੰਘ ਜੀ ਤੋਂ ਲੈ ਕੇ 10ਵੀਂ ਜਗ੍ਹਾ 'ਤੇ ਬਾਬਾ ਜਵਾਲਾ ਸਿੰਘ ਜੀ। ਵੈਸੇ ਹੋਰ ਵੀ ਬਹੁਤ ਮਹਾਂਪੁਰਸ਼ ਆਏ ਆ। ਪੂਰੀ ਜਿਹੜੀ ਉਹ ਮਰਜ਼ਾਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਲੀ, ਉਹ ਮਰਜ਼ਾਦਾ ਫਿਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਦੋਨਾਂ ਨੇ ਫਿਰ ਅੱਗੇ ਸੰਪਰਦਾਵਾਂ ਚੱਲੀਆਂ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਉਹਨਾਂ ਦਾ ਉਪਦੇਸ਼ ਲੈ ਕੇ ਉਪਦੇਸ਼ ਨੂੰ ਗ੍ਰਹਿਣ ਕੀਤਾ, ਉਹਨਾਂ ਦੀ ਪੂਜਾ ਉਸੇ ਤਰ੍ਹਾਂ ਹੀ ਹੋਈ ਜਿੱਦਾਂ ਗੁਰੂਆਂ ਦੀ ਪੂਜਾ ਹੋਈ। ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤੇ ਤਨ ਦੇ ਅੰਦਰ ਪ੍ਰਭੂ ਦਾ ਨਾਮ ਵਸ ਜਾਂਦਾ, ਉਹਨਾਂ ਦੀ ਜੈ ਜੈਕਾਰ ਪਰਮੇਸ਼ਰ ਕਰਾਉਂਦਾ। ਵਸਿਆ ਉਹਨਾਂ ਦੇ ਅੰਦਰ ਹੈ ਜਿਨ੍ਹਾਂ ਦੇ ਅੰਦਰੋਂ ਬਾਕੀ ਚੀਜ਼ਾਂ ਨਿਕਲ ਗਈਆਂ। ਬਹੁਤ ਵਾਰੀ ਕਈ ਅਰਦਾਸ ਕਰਦੇ ਜੀ ਸਾਡਾ ਮਨ ਨਹੀਂ ਜੁੜਦਾ। ਗੁਰਮੁਖੋਂ ਮਨ ਤਾਂ ਬਹੁਤ ਔਖਾ ਹੈ, ਗੁਰੂ ਨੂੰ ਅਰਪਣ ਕਰ ਦੇਣੀ ਚੀਜ਼, ਉਹਦੇ ਵਿੱਚ ਸੰਕਲਪ ਵਿਕਲਪ ਕੋਈ ਨਾ ਰਹੇ, ਕੋਈ ਮੰਗਣ ਦੀ ਇੱਛਾ ਨਾ ਰਹੇ। ਜੇ ਮੰਗਣ ਦੀ ਇੱਛਾ ਹੈ ਹਰੇਕ ਬੰਦੇ ਦੀ, ਕੋਈ ਨਾ ਕੋਈ, ਜਿੰਨੇ ਵੀ ਅਸੀਂ ਤੁਸੀਂ ਆਏ ਹੋ, ਹਰੇਕ ਬੰਦੇ ਨੇ ਕੁਛ ਨਾ ਕੁਛ ਮੰਗਿਆ ਜ਼ਰੂਰ ਹੋਣਾ। ਕੋਈ ਬੰਦਾ ਐਸਾ ਨਹੀਂ ਹੋਣਾ ਜਿਹਦੀ ਅਰਦਾਸ ਨਹੀਂ ਹੋਣੀ, ਇੱਕ ਵੀ।
ਜਿਹੜਾ ਮੰਗਣ ਆਉਂਦਾ ਠੀਕ ਆ, ਗੁਰੂ ਨੂੰ ਦੇ ਦਿੰਦਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਗੱਲ ਇਹ ਹੈ ਜਿਨ੍ਹਾਂ ਨੇ ਗੁਰੂ ਤੋਂ ਕੁਛ ਨਹੀਂ ਮੰਗਿਆ, ਕੋਈ ਚੀਜ਼ ਨਹੀਂ ਮੰਗੀ, ਉਹਨਾਂ ਨੂੰ ਗੁਰੂ ਨੇ ਫਿਰ ਆਪਣਾ ਆਪ ਦੇ ਦਿੱਤਾ, ਗੁਰੂ ਨੇ ਆਪਣਾ ਆਪ ਰੱਖ ਦਿੱਤਾ। ਇੱਕ ਰਾਜੇ ਦੇ ਕੋਲ ਇੱਕ ਚਿੱਤਰਕਾਰ ਆਏ। ਉਹ ਚਿੱਤਰਕਾਰ ਕਹਿਣ ਲੱਗੇ ਜੀ ਅਸੀਂ ਇੱਕ ਫੋਟੋ ਬਣਾਵਾਂਗੇ, ਉਹ ਫੋਟੋ ਤੁਸੀਂ ਪਹਿਲਾਂ ਦੇਖੀ ਨਹੀਂ ਹੋਊਗੀ ਕਦੀ। ਰਾਜਾ ਕਹਿੰਦਾ ਬਣਾ ਦਿਓ। ਕਹਿੰਦੇ ਕੰਧ ਤੇ ਬਣਾਵਾਂਗੇ। ਉਹ ਕਹਿੰਦੇ ਸਮਾਨ ਲਿਖਾ ਦਿਓ। ਉਹਨਾਂ ਨੇ ਹਜ਼ਾਰਾਂ ਰੁਪਈਆਂ ਦਾ ਸਮਾਨ ਲਿਖਾਤਾ, ਰੰਗ ਵਗੈਰਾ ਲਿਖਾਤੇ। ਉਹ ਕੰਧ ਤੇ ਫੋਟੋ ਬਣਾਉਣ ਲੱਗ ਗਏ। ਸਮਾਂ ਦੇ ਦਿੱਤਾ ਕਿ ਇੰਨੇ ਸਮੇਂ ਦੇ ਬਾਅਦ ਤੁਹਾਨੂੰ ਇਹ ਫੋਟੋ ਬਣਾ ਕੇ ਦੇਵਾਂਗੇ ਅਤੇ ਤੁਸੀਂ ਇੱਦਾਂ ਦੀ ਫੋਟੋ ਦੇਖੀ ਨਹੀਂ ਹੋਣੀ। ਥੋੜ੍ਹੇ ਦਿਨਾਂ ਬਾਅਦ ਹੋਰ ਇੱਕ ਪਾਰਟੀ ਹੋਰ ਆਈ। ਉਹ ਕਹਿੰਦੇ ਅਸੀਂ ਜੀ ਇੱਕ ਫੋਟੋ ਬਣਾਉਂਦੇ ਹਾਂ, ਤੁਸੀਂ ਉਹ ਵੀ ਦੇਖੀ ਨਹੀਂ ਹੋਣੀ ਫੋਟੋ ਕਿਤੇ, ਅਸੀਂ ਤੁਹਾਨੂੰ ਬਣਾ ਕੇ ਦਿਖਾਲਦੇ ਹਾਂ। ਰਾਜਾ ਕਹਿੰਦਾ ਤੁਸੀਂ ਵੀ ਬਣਾ ਲਓ, ਦੱਸੋ ਕੀ ਸਮਾਨ ਚਾਹੀਦਾ। ਉਹ ਕਹਿੰਦੇ ਸਮਾਨ ਕੁਛ ਨਹੀਂ ਲੈਣਾ, ਸਾਨੂੰ ਇੱਕ ਦੀਵਾਰ ਦੇ ਦਿਓ, ਦੀਵਾਰ ਦੇ ਉੱਤੇ ਫੋਟੋ ਬਣਾ ਦੇਣੀ ਅਸੀਂ, ਖਰਚਾ ਕੋਈ ਨਹੀਂ ਹੈ। ਇੱਕ ਵੱਡਾ ਸਾਰਾ ਹਾਲ ਸੀ। ਰਾਜੇ ਨੇ ਕਿਹਾ ਇੱਧਰ ਕੰਧ ਇਹ ਬਣਾਉਂਦੇ, ਇੱਧਰ ਤੁਸੀਂ ਬਣਾਉਣ ਲੱਗ ਪਓ। ਰਾਜੇ ਨੇ ਇੱਕ ਵਿਚਾਲੇ ਪਰਦਾ ਲਾਤਾ ਕੱਪੜੇ ਦਾ, ਇੱਧਰਲਿਆਂ ਨੂੰ ਉਹ ਨਾ ਦਿਸਣ ਅਤੇ ਉੱਧਰਲਿਆਂ ਨੂੰ ਇਹ ਨਾ ਦਿਸਣ। ਉਹ ਆਪਣੀ ਆਪਣੀ ਉਧਰ ਕਾਰਾਗਰੀ ਕਰੀ ਗਏ, ਉਹ ਆਪਣੀ ਆਪਣੀ ਕਰੀ ਗਏ। ਸਮਾਂ ਪੂਰਾ ਹੋਣ 'ਤੇ ਜਿਹੜੇ ਪਹਿਲੇ ਮਨੁੱਖ ਆਏ ਸੀ ਉਹਨਾਂ ਨੇ ਜਾ ਕੇ ਰਾਜੇ ਨੂੰ ਕਿਹਾ ਜੀ ਫੋਟੋ ਤਿਆਰ ਹੈ, ਆ ਕੇ ਫੋਟੋ ਦੇਖ ਲਓ। ਰਾਜਾ ਦੇਖਣ ਗਿਆ ਤੇ ਫੋਟੋ ਬੜੀ ਸੁੰਦਰ ਬਣਾਈ ਉਹਨਾਂ ਨੇ ਕੰਧ ਦੇ ਉੱਤੇ, ਬਹੁਤ ਜ਼ਿਆਦਾ ਵਧੀਆ। ਰਾਜੇ ਨੇ ਬੜੀ ਸਲਾਹਤਾ ਕੀਤੀ ਉਹਨਾਂ ਦੀ। ਜਿਹੜੇ ਦੂਜੀ ਕੰਧ 'ਤੇ ਉਹ ਵੀ ਨਾਲੇ ਚਲੇ ਗਏ। ਉਹ ਰਾਜੇ ਨੂੰ ਕਹਿਣ ਲੱਗੇ ਜੀ ਫੋਟੋ ਸਾਡੀ ਵੀ ਤਿਆਰ ਹੈ। ਰਾਜਾ ਕਹਿੰਦਾ ਫਿਰ ਘੁੰਮ ਕੇ ਕਿਉਂ ਆਉਣਾ, ਪਰਦਾ ਪਰਲੇ ਪਾਸੇ ਕਰ ਦਿਓ। ਉਹ ਪਰਦਾ ਜਾਂ ਦੂਜੇ ਪਾਸੇ ਕੀਤੇ ਤੇ ਉਹ ਦੂਜੇ ਪਾਸੇ ਫੋਟੋ ਉਹਦੇ ਨਾਲੋਂ ਜ਼ਿਆਦਾ ਵਧੀਆ। ਉਹ ਰਾਜੇ ਨੇ ਕਿਹਾ ਤੁਸੀਂ ਪੈਸਾ ਕੋਈ ਲਿਆ ਨਹੀਂ ਹੈ, ਖਰਚਾ ਕੋਈ ਕੀਤਾ ਨਹੀਂ ਹੈ, ਔਰ ਤੁਹਾਡੀ ਫੋਟੋ ਇੰਨੀ ਸੁੰਦਰ ਹੈ, ਤੁਸੀਂ ਇਹਦੇ ਵਿੱਚ ਕੀ ਪਾਇਆ। ਉਹ ਕਹਿਣ ਲੱਗੇ ਜੀ ਅਸੀਂ ਕੰਧ 'ਤੇ ਕੁਛ ਨਹੀਂ ਕੀਤਾ, ਅਸੀਂ ਕੰਧ ਨੂੰ 6 ਮਹੀਨੇ ਇਹ ਫੋਟੋ ਬਣਾਉਂਦੇ ਰਹੇ। ਅਸੀਂ ਕੰਧ ਨੂੰ ਸਾਫ਼ ਕਰ ਕਰਕੇ ਇੰਨੀ ਸਾਫ਼ ਕਰ ਦਿੱਤੀ, ਉਹ ਸ਼ੀਸ਼ੇ ਵਰਗੀ ਕਰ ਦਿੱਤੀ। ਜਿਹੜੀ ਸਾਹਮਣੇ ਵਾਲੀ ਫੋਟੋ ਸੀ ਉਹ ਸਾਹਮਣੇ ਸ਼ੀਸ਼ੇ ਦੇ ਵਿੱਚ ਇੰਨ ਬਿੰਨ ਉਸੇ ਤਰ੍ਹਾਂ ਹੀ ਆ ਗਈ। ਉਹ ਕਹਿੰਦੇ ਜੀ ਅਸੀਂ 6 ਮਹੀਨੇ ਕੰਧ ਦੀ ਸਫਾਈ ਕਰਦੇ ਰਹੇ ਹਾਂ। ਜੇ ਸਿੱਖ ਦੇ ਮਨ ਦੇ ਅੰਦਰੋਂ ਮੈਲ ਨਿਕਲ ਜਾਂਦੀ ਹੈ, ਉਹ ਜਦੋਂ ਗੁਰੂ ਦੇ ਸਾਹਮਣੇ ਜਾ ਕੇ ਖੜਦਾ ਤੇ ਉਹਦੀ ਇੰਨ ਬਿੰਨ ਗੁਰੂ ਵਾਲੀ ਸਾਰੀ ਜੋ ਚੀਜ਼ ਹੈ ਉਹਦੇ ਅੰਦਰ ਸਿੱਖ ਦੇ ਆ ਜਾਂਦੀ, ਨਹੀਂ ਤਾਂ ਆਉਂਦੀ ਨਹੀਂ ਆ। ਜੇ ਧੁੰਦਲਾ ਹੋਵੇ ਤਾਂ ਆਉਂਦੀ ਨਹੀਂ ਕਦੀ ਵੀ। ਕਮੀਆਂ ਨੇ ਸਿੱਖ ਦੇ ਅੰਦਰ। ਮੈਂ ਦੇਖਿਆ ਕਈ ਅੰਮ੍ਰਿਤਧਾਰੀ ਨਹਾਉਂਦੇ ਵੀ ਨਹੀਂ, ਸਵੇਰ ਨੂੰ ਉੱਠ ਕੇ ਮੂੰਹ ਵੀ ਨਹੀਂ ਧੋਂਦੇ, ਕਾਤਰੇ ਉੱਪਰ ਦੀ ਪਾ ਲੈਂਦੇ ਆ ਸਵੇਰ ਨੂੰ। ਮੈਂ ਅੰਮ੍ਰਿਤ ਨੂੰ ਮਾੜਾ ਨਹੀਂ ਕਹਿੰਦਾ ਹੁੰਦਾ ਕਦੀ ਵੀ, ਛਕ ਲਓ, ਬੜੀ ਚੰਗੀ ਗੱਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ, ਵਰਦੀ ਪਾ ਕੇ ਉਹਦੇ ਕਾਨੂੰਨ ਜ਼ਰੂਰ, ਕਾਇਦੇ ਕਾਨੂੰਨਾਂ 'ਤੇ ਚੱਲਣਾ ਚਾਹੀਦਾ। ਜੇ ਕਾਇਦੇ ਕਾਨੂੰਨ, ਜੇ ਵਰਦੀ ਪਾ ਕੇ ਸਕੂਲ ਦੀ ਪੜ੍ਹਾਈ ਨਹੀਂ ਪੜ੍ਹਨੀ ਤੇ ਫਿਰ ਉਹਦਾ ਫਾਇਦਾ ਨਹੀਂ ਹੈ, ਸਕੂਲ ਦਾ ਰਿਜ਼ਲਟ ਖਰਾਬ ਹੋ ਜਾਂਦਾ। ਉਹ ਸਕੂਲ ਨੂੰ, ਉਹ ਧਰਮ ਨੂੰ ਲੋਕ ਚੰਗਾ ਨਹੀਂ ਸਮਝਦੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ, ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਮਨ ਦੇ ਅੰਦਰ ਮੈਲ ਕਿਹੜੀ ਹੈ ਜੀ। ਕਈਆਂ ਨੂੰ ਪੁੱਛੋ, ਉਹ ਕਹਿੰਦਾ ਮੈਂ ਤਾਂ ਕਿਸੇ ਨਾਲ ਮਾੜਾ ਕੀਤਾ ਹੀ ਨਹੀਂ। ਜੇ ਕਿਸੇ ਨੂੰ ਗੱਲ ਕਰੋ ਕਹਿੰਦੇ ਜੀ ਅਸੀਂ ਤਾਂ ਕਿਸੇ ਦਾ ਮਾੜਾ ਕਰਦੇ ਨਹੀਂ, ਨਾ ਮੈਂ ਕਿਸੇ ਦੀ ਚੀਜ਼ ਚੱਕਦਾ, ਨਾ ਮੈਂ ਕਿਸੇ ਨੂੰ ਕੁਛ ਕਹਿਣਾ। ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦੁਆਰਾ ਪੁੱਛੀਏ ਤੇ ਮਹਾਰਾਜ ਸਾਡੇ ਅੰਦਰ ਕਮੀ ਕੀ ਹੈ ਜੀ, ਜਿਹੜੀ ਤੁਹਾਡੀ ਫੋਟੋ ਸਾਡੇ ਅੰਦਰ ਆਉਂਦੀ ਨਹੀਂ ਹੈ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋ ਵਾਲੀਆਂ ਦਾ ਇਹ ਸੁਭਾਅ ਸੀ,
ਜਦੋਂ ਕੋਈ ਉਹਨਾਂ ਦੇ ਸਾਹਮਣੇ ਜਾਂਦਾ ਸੀ ਤੇ ਉਹਨੂੰ ਗੱਲ ਕਰਨ ਦੀ ਜ਼ਰੂਰਤ ਨਹੀਂ ਸੀ ਰਹਿੰਦੀ, ਉਹਦੀ ਗੱਲ ਪਹਿਲਾਂ ਹੀ ਜਵਾਬ ਦੇ ਦਿੰਦੇ ਸੀ। ਉਹਨੂੰ ਗੱਲ ਕਰਨ ਦੀ ਜ਼ਰੂਰਤ ਨਹੀਂ ਸੀ। ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਜਗਿਆਸੂ ਦੇ ਅੰਦਰ ਦੀ ਗੱਲ ਨਾ ਕੱਢੀ ਤਾਂ ਫਿਰ ਸਤਿਗੁਰ ਕਾਹਦਾ। ਅੰਤਰ ਦੀ ਜਾਮਤਾ, ਬਾਹਰ ਜਾਮਤਾ ਤਾਂ ਰਹਿ ਜਾਵੇ, ਕੋਈ ਬਾਹਰ ਦੀ ਗੱਲ ਰਹਿੰਦੀ ਰਹਿ ਜਾਵੇ, ਕਹਿੰਦੇ ਅੰਦਰ ਦੀ ਗੱਲ ਨਾ ਰਹਿ ਜਾਵੇ। ਉਹ ਗੱਲ ਮਗਰੋਂ ਹੋਣੀ, ਉਹਦੀ ਪਹਿਲਾਂ ਲਿਆ ਕੇ ਕੱਢ ਦੇਣੀ। ਸੰਤ ਬਾਬਾ ਗਿਆਨ ਸਿੰਘ ਜੀ ਰਾਜਪੁਰ ਭਾਈਆਂ ਵਾਲੇ ਸਵਾਸਾਂ ਤੱਕ ਆਪਣੀ ਜ਼ਿੰਦਗੀ ਦੇ ਸਵਾਸ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਵਿੱਚ ਲਾ ਗਏ। ਉਹ ਮੈਨੂੰ ਆਪ ਬਚਨ ਸੁਣਾਉਂਦੇ ਸੀ, ਕਹਿੰਦੇ ਮੈਂ ਬੱਕਰੀ ਦਾ ਦੁੱਧ ਲੈ ਕੇ ਆਇਆ ਤੇ ਬੱਕਰੀ ਦੇ ਦੁੱਧ ਵਿੱਚ ਮਿੱਠਾ ਪਾ ਕੇ ਮੇਰੀ ਇੱਛਾ ਸੀ ਕਿ ਮੈਂ ਮਹਾਰਾਜ ਮੈਂ ਦੁੱਧ ਛਕ ਲੈਣ। ਮਨ ਦੀ ਭਾਵਨਾ, ਅੰਤਰਜਾਮਤਾ, ਸਮਰੱਥ। ਉਹ ਬਾਬਾ ਜੀ ਕਹਿੰਦੇ ਮੈਂ ਦੁੱਧ ਲਿਆ ਕੇ ਬਾਹਰ ਬਹਿ ਗਿਆ, ਸੰਗਤ ਜਿੱਥੇ ਟਿੱਬਾ ਜਿੱਥੇ ਉਹਨਾਂ ਦੀ ਸ਼ਾਨ ਹੈ ਉੱਥੇ ਕਹਿੰਦੇ ਮੈਂ ਬਹਿ ਗਿਆ, ਤੇ ਹੋਰ ਵੀ ਸੰਗਤ ਬੈਠੀ ਸੀ, ਮੈਂ ਵੀ ਕਹਿੰਦੇ ਬਾਹਰ ਹੀ ਬਹਿ ਗਿਆ, ਮੈਂ ਮੱਥਾ ਟੇਕਣ ਨਹੀਂ ਗਿਆ ਅੰਦਰ। ਕਹਿੰਦੇ ਮੇਰੇ ਮਨ ਦੀ ਭਾਵਨਾ ਸੀ ਮਹਾਰਾਜ ਮੈਂ ਦੁੱਧ ਪੀ ਲੈਣ। ਕਹਿੰਦੇ ਮੈਂ ਅੰਦਰ ਨਹੀਂ ਗਿਆ, ਉਹਨੇ ਮੈਨੂੰ ਨਹੀਂ ਦੇਖਿਆ, ਮੈਂ ਉਹਨਾਂ ਨੂੰ ਨਹੀਂ ਦੇਖਿਆ। ਕਹਿੰਦੇ ਥੋੜ੍ਹੇ ਚਿਰ ਬਾਅਦ ਉਹ ਸੇਵਾਦਾਰ ਨੂੰ ਕਹਿਣ ਲੱਗੇ, ਕਹਿੰਦੇ ਮਹਿੰਦਰ ਸਾਹਿਬ ਮੇਰੀ ਸਿਹਤ ਨਹੀਂ ਚੰਗੀ, ਪੁੱਛਦਾ ਕਿਤੇ ਬੱਕਰੀ ਦਾ ਦੁੱਧ ਨਹੀਂ ਕਿਸੇ ਕੋਲ ਹੈਗਾ। ਕਹਿੰਦਾ ਮੈਂ ਖੜਾ ਹੋ ਗਿਆ, ਕਹਿੰਦਾ ਮਹਾਰਾਜ ਮੈਂ ਲੈ ਕੇ ਆਇਆ ਜੀ। ਕਹਿੰਦੇ ਲਿਆ, ਚੱਕ ਲਿਆ। ਅੰਦਰ ਦੀ ਗੱਲ ਰਹਿਣ ਨਹੀਂ ਦੇਣੀ। ਕਿਸੇ ਦੇ ਘਰ ਗਏ ਇੱਕ ਵਾਰ, ਯੂਪੀ ਵਿੱਚ ਕਿਸੇ ਦਾ ਘਰ ਸੀ, ਉਹ ਬਾਹਰ ਇਕੱਲੇ ਸੀ, ਗਰੀਬ ਸੀ ਵਿਚਾਰੇ। ਉਹਨਾਂ ਦੀ ਇੱਛਾ ਸੀ ਵੀ ਮਹਾਰਾਜ ਇਕੱਲੇ ਹੀ ਆ ਜਾਣ, ਸੰਗਤ ਬਹੁਤ ਹੈ, ਸਾਤੇ ਸਾਂਭ ਨਹੀਂ ਹੋਣੀ। ਇਕੱਲੇ ਹੀ ਉੱਠ ਕੇ ਉਹਨਾਂ ਦੇ ਘਰ ਚਲੇ ਗਏ। ਉਹਨਾਂ ਦੇ ਮਿੱਠਾ ਹੈ ਨਹੀਂ ਸੀ, ਖੰਡ ਹੈ ਨਹੀਂ ਸੀ, ਘਰ ਤਾਂ ਸ਼ਹਿਰ ਦੂਰ ਪੈਂਦਾ ਸੀ। ਅੰਦਰ ਬਹਿੰਦੇ ਹੀ ਮੰਜੇ ਤੇ ਕਹਿਣ ਲੱਗੇ, ਉਹ ਬੀਬਾ ਖੰਡ ਨਾ ਪਾਇਓ ਦੁੱਧ ਵਿੱਚ, ਇੱਦਾਂ ਹੀ ਲੈ ਆਇਓ ਫਿੱਕਾ ਹੀ। ਉਹ ਜਦ ਫਿੱਕਾ ਦੁੱਧ ਲਿਆ ਕੇ ਰੱਖਿਆ ਤੇ ਕਿਸੇ ਨੇ ਪਤਾਸੇ ਲਿਆ ਕੇ ਚਾੜ੍ਹਤੇ, ਕਹਿੰਦੇ ਚੰਗਾ ਆਹ ਪਾ ਲਓ ਪਤਾਸੇ ਵਿੱਚ। ਅੰਦਰ ਦੀ ਜਾਣਨੀ, ਅੰਦਰ ਕੀ ਹੈ। ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲਿਆਂ ਨੇ ਪੁੱਛਿਆ, ਮਹਾਰਾਜ ਇਹ ਅਵਸਥਾ ਤੁਹਾਨੂੰ ਕਿੱਥੋਂ ਮਿਲੀ ਹੈ ਜੀ। ਕਹਿੰਦੇ ਗਿਆਨੀ ਜੀ ਗੱਲ ਆਪਣੇ ਆਤਮੇ ਦੀ ਪਹਿਚਾਨਣ ਦੀ ਆ। ਜਿਹੜਾ ਆਪਣੇ ਆਤਮਾ ਦੀ ਪਹਿਚਾਣ ਕਰ ਗਿਆ ਉਹ 84 ਲੱਖ ਜੋਨ ਦੀ ਆਤਮਾ ਦੀ ਪਹਿਚਾਣ ਕਰ ਗਿਆ। ਜਦ ਆਪੇ ਹੀ ਬੈਠਾ ਸਾਰੀ ਜਗ੍ਹਾ ਤੇ ਉਹ ਤੁਹਾਡੇ ਵਿੱਚ ਸਾਰਿਆਂ 'ਚ ਕਹਿੰਦੇ ਆਤਮਾ ਤਾਂ ਇੱਕੋ ਹੀ ਹੈ। ਜਦ ਮੈਂ ਆਪਣੇ ਆਪ ਨੂੰ ਪਛਾਣ ਲਿਆ, ਮੈਂ ਉਹਨੂੰ ਵੀ ਪਛਾਣ ਲਿਆ, ਉਹਨੂੰ ਪਛਾਣ ਲਿਆ, ਸਾਰਿਆਂ ਨੂੰ ਪਛਾਣ ਲਿਆ। ਉਹਦੇ ਵਿੱਚ ਫਰਕ ਕੋਈ ਹੈ ਹੀ ਨਹੀਂ। ਬਾਬਾ ਬਹਾਲ ਸਿੰਘ ਜੀ 100 ਸਾਲ ਦੀ ਉਮਰ ਦੇ ਨੇੜੇ ਤੱਕ ਆਪਣਾ ਸਵਾਸਾਂ ਤੱਕ ਆਪਣੀ ਜ਼ਿੰਦਗੀ ਲਾ ਗਏ। ਬਾਬਾ ਜਨਕ ਸਿੰਘ ਜੀ ਵਰਗੇ 100 ਸਾਲ ਉਮਰ ਆਪਣੀ ਸਵਾਸਾਂ ਤੱਕ ਉਹਨਾਂ ਦੇ ਚਰਨਾਂ 'ਚ ਲਾ ਗਏ। ਮੈਨੂੰ ਕਈ ਵਾਰੀ ਬਚਨ ਸੁਣਾਉਂਦੇ ਹੁੰਦੇ ਸੀ, ਮੈਂ ਕਈ ਵਾਰ ਉਹਨਾਂ ਦੀ ਰਸਨਾ ਤੋਂ ਸੁਣਿਆ। ਮੈਂ ਗੱਲ ਉੱਥੇ ਹੀ ਲੈ ਆਉਣੀ ਸਾਧ ਸੰਗਤ, ਮੈਂ ਪ੍ਰਮਾਣ ਤਾਂ ਦਿੰਦਾ ਹੁੰਦਾ, ਥੋੜ੍ਹਾ ਜਿਹਾ ਸਮਝ ਲੱਗ ਜਾਂਦੀ ਸੌਖੀ। ਕਹਿੰਦੇ ਮਹਾਰਾਜ ਮੰਜੇ ਤੇ ਲੰਮੇ ਪਏ ਸੀ, ਸਾਰੇ ਸੇਵਾਦਾਰ ਕੋਈ ਬਾਹਾਂ ਘੁੱਟਦਾ ਸੀ, ਕੋਈ ਲੱਤਾਂ ਘੁੱਟਦਾ ਸੀ। 4 ਚਫੇਰੇ ਕਹਿੰਦੇ ਉਹਨਾਂ ਦੇ ਇੱਦਾਂ ਝੁਰਮਟ ਪਿਆ ਹੋਇਆ ਸੀ, ਮਹਾਰਾਜ ਵਿੱਚ ਲੰਮੇ ਪਏ ਦੀਦੇ ਨਾ ਸੀ। ਕਹਿੰਦੇ ਮੇਰੇ ਮਨ ਵਿੱਚ ਵੀ ਆਇਆ ਵੀ ਮੈਂ ਵੀ ਮਹਾਰਾਜ ਦੀਆਂ ਲੱਤਾਂ ਮੈਂ ਵੀ ਘੁੱਟ ਲੈਣਾ ਮਾੜਾ ਮੋਟਾ, ਕਿਉਂਕਿ ਸਾਧੂ ਦੀ ਸੇਵਾ ਦਾ ਫਲ ਬਹੁਤ ਵੱਡਾ ਹੈ। ਰੱਬ ਦਿਆਂ ਪਿਆਰਿਆਂ ਦੀ ਸੇਵਾ ਰੱਬ ਦੀ ਹੁੰਦੀ ਹੈ। ਕਿਸੇ ਦੇ ਮੁੰਡੇ ਨੂੰ ਚੱਕਣ ਲੱਗ ਪਓ, ਉਹਦੇ ਮਾਂ ਪਿਓ ਖੁਸ਼ ਹੋ ਜਾਂਦੇ ਆ। ਹਿੰਦੁਸਤਾਨ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜਦੋਂ ਇੰਦਰਾ ਗਾਂਧੀ ਨੂੰ ਮਿਲਣ ਜਾਣਾ, ਉਹ ਛੋਟੇ ਛੋਟੇ ਬੱਚੇ ਰਜੀਵ ਉਹਨਾਂ ਨੂੰ ਚੱਕ ਲੈਣਾ, ਕੁੱਛੜ ਜਹਾਜ਼ ਲੈਣਾ, ਕਿਸੇ ਲਈ ਘੋੜਾ ਲੈ ਜਾਣਾ। ਉਹਨੇ ਖੁਸ਼ ਹੋ ਕੇ ਉਹਨੂੰ ਰਾਸ਼ਟਰਪਤੀ ਬਣਾਤਾ। ਰੱਬ ਦਿਆਂ ਪਿਆਰਿਆਂ ਦੀ ਸੇਵਾ ਰੱਬ ਦੀ ਸੇਵਾ, ਰੱਬ ਨੂੰ ਖੁਸ਼ ਕਰਨਾ ਤਾਂ ਉਹਦਿਆਂ ਬੰਦਿਆਂ ਦੀ ਸੇਵਾ ਕਰ ਲਓ। ਉਹ ਬਾਬਾ ਜੀ ਕਹਿੰਦੇ ਮੈਂ ਮਹਾਰਾਜ ਦਿਸਦੇ ਤਾਂ ਹੈ ਨਹੀਂ ਸੀ, ਕਹਿੰਦੇ ਮੈਂ ਸਾਰਿਆਂ ਬੰਦਿਆਂ ਦੇ ਵਿੱਚ ਦੀ ਇੱਦਾਂ ਹੱਥ ਲੰਘਾ ਕੇ ਉਹਨਾਂ ਦੀ ਲੱਤ ਨੂੰ ਲਾਤਾ। ਤੇ ਪਤਾ ਨਹੀਂ ਕਹਿੰਦੇ ਕੀ ਹੋਇਆ, ਮੇਰੀ ਲੱਤ ਨੂੰ ਹੱਥ ਲੱਗਣ ਦੀ ਦੇਰ
ਕਹਿੰਦੇ ਉਹਨੇ ਮੈਨੂੰ ਦੇਖਿਆ ਨਹੀਂ, ਮੇਰੀ ਅੱਖ ਵੀ ਨਹੀਂ ਰਲੀ ਉਹਨਾਂ ਨੇ, ਨਾ ਉਹਨਾਂ ਨੇ ਮੈਨੂੰ ਦੇਖਿਆ ਨਾ ਮੈਂ ਉਹਨਾਂ ਨੂੰ ਦੇਖਿਆ। ਵਿੱਚ ਦੀ ਬੰਦਿਆਂ ਦੀ ਭੀੜ ਦੇ ਵਿੱਚ ਦੀ ਹੱਥ ਲਗਾ ਕੇ ਦਿਲਾਤਾ। ਕਹਿੰਦੇ ਵਿੱਚੋਂ ਬੋਲੇ, ਉਹ ਬਹਾਲ ਸਿਆਂ ਕਾਕਾ ਤੂੰ ਤਾਂ ਚੱਲ ਪੁੱਤ, ਤੈਂ ਸਵੇਰ ਨੂੰ ਉੱਠਣਾ ਹੈ, ਸਾਜਰੇ ਤੂੰ ਚੱਲ। ਜਗਿਆਸੂ ਹੈ ਆਪਣੇ ਮਨ ਦੇ ਅੰਦਰ। ਕਈ ਜਗਿਆਸੂ ਗੁੱਸਾ ਕਰ ਜਾਂਦੇ, ਸਾਨੂੰ ਪਤਾ ਨਹੀਂ ਦੂਰ ਰੱਖਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਇਸ ਮਹਾਂਪੁਰਸ਼ਾਂ ਦੀ ਨੀਤੀ ਦਾ। ਕਹਿੰਦੇ ਮੈਂ ਕਿਹਾ ਵੀ ਦੱਸੋ ਬਾਕੀ ਸਾਰੇ ਘੁੱਟਦੇ, ਜੇ ਮੈਂ ਹੱਥ ਲਾਤਾ ਤਾਂ ਫੇਰ ਕੀ ਹੋ ਗਿਆ ਜੀ? ਕਹਿੰਦੇ ਮੈਂ ਕ੍ਰੋਧ ਦੇ ਵਿੱਚ ਭਰਿਆ ਹੋਇਆ ਆ ਗਿਆ ਲੰਗਰ ਨੂੰ। ਕਹਿੰਦੇ ਮੈਂ ਹੁਣ ਜਾਇਆ ਹੀ ਨਹੀਂ ਕਰਨਾ ਬਸ। ਕਹਿੰਦੇ ਮੈਂ ਲੰਗਰ ਵਿੱਚ ਆ ਗਿਆ, ਮੁੜ ਕੇ ਮੇਰੇ ਮਨ ਦੀ ਫੁਰਨਾ ਹੀ ਬਣ ਗਿਆ ਵੀ ਮੈਂ ਮੁੜ ਕੇ ਜਾਣਾ ਹੀ ਨਹੀਂ ਬਸ। ਜਿੱਦਾਂ ਪੁੱਤ ਪੇ ਨਾਲ ਨਾਰਾਜ਼ ਹੋ ਜਾਵੇ ਵੀ ਜੇ ਮੈਂ ਹੱਥ ਲਾਤਾ ਤਾਂ ਕੀ ਹੋ ਗਿਆ। ਕਹਿੰਦੇ ਹਲੇ ਸਵੇਰਾ ਸੱਜ ਰਹੀ ਸੀ, ਹਲੇ ਸੂਰਜ ਨਹੀਂ ਸੀ ਨਿਕਲਿਆ। ਕਹਿੰਦੇ ਲੰਗਰ ਨੂੰ ਆ ਗਏ। ਕਹਿੰਦੇ ਮੈਂ ਕੁਰਸੀ ਲੈਣ ਨੱਠਿਆ। ਕਹਿੰਦੇ ਕਾਕਾ ਰਹਿਣ ਦੇ, ਮੈਂ ਬਹਿਣਾ ਤਾਂ ਹੈ ਨਹੀਂ। ਮੈਂ ਕਿਹਾ ਮੈਨੂੰ ਬਹਾਲ ਸੁਣਤ ਮਿਲਣ ਆਉਣਾ ਨਹੀਂ, ਮੈਂ ਆਪੇ ਮਿਲਿਆ ਉਹਨਾਂ। ਕਹਿੰਦੇ ਮੈਂ ਕਿਹਾ ਦੌੜ ਲਾ, ਕਿੱਥੇ ਨੂੰ ਦੌੜਨਾ, ਗੁਰੂ ਤੋਂ ਕਿੱਥੇ ਨੂੰ ਨੱਠ ਲੈਣਾ। ਉਹ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਦੱਸੋ ਤਾਂ ਸੀ ਜੀ ਰੁਕਾਵਟ ਵਿੱਚ ਕਿਹੜੀ ਹੈ ਜੀ? ਅਸੀਂ ਸਾਰੇ ਜਿੰਨੇ ਤੁਸੀਂ ਬੈਠੇ ਹੋ ਰੱਬ ਦੇ ਪ੍ਰੇਮੀ ਬੈਠੇ ਹੋ, ਠੀਕ ਹੈ ਇਸ ਇਲਾਕੇ ਵਿੱਚ ਕਿਸੇ ਸਮੇਂ 'ਤੇ ਕੁਛ ਕਾਮਰੇਡ ਬਿਰਤੀ ਵਾਲੇ ਲੋਕਾਂ ਦਾ ਪਹਿਰਾ ਸੀ, ਠੀਕ ਹੈ ਉਹਨਾਂ ਨੇ ਵੀ ਲੋਕ ਸੇਵਾ ਕੀਤੀ ਹੈ, ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸਾਡੇ ਮਾਮਾ ਜੀ ਵੀ ਇਸ ਇਲਾਕੇ ਦੇ ਅੰਦਰ ਉਹਨਾਂ ਨੇ ਵੀ ਬਹੁਤ ਲੋਕਾਂ ਨੂੰ ਪੜ੍ਹਾਇਆ ਔਰ ਸੱਚ ਦਾ ਹੀ ਪ੍ਰਚਾਰ ਕੀਤਾ, ਕਿਸੇ ਦਾ ਪੈਸਾ ਖਾਧਾ ਨਹੀਂ ਹੈ। ਤਾਂ ਉਨਾ ਹੀ ਇਸ ਪਿੰਡ ਵਿੱਚ ਉਨਾ ਹੀ ਪ੍ਰਭਾਵ ਜ਼ਿਆਦਾ ਦੇਖਿਆ, ਇੱਕ ਇਸ ਪਿੰਡ ਵਿੱਚ, ਇੱਕ ਪਿੰਡ ਭਰੋਲੀ ਵਿੱਚ। ਜਿੰਨੀ ਰੌਣਕ ਇਹਨਾਂ ਦੋਨਾਂ ਪਿੰਡਾਂ 'ਚ ਦੇਖੀ ਹੈ ਅਸੀਂ ਹੋਰ ਕਿਸੇ ਪਿੰਡ 'ਚ ਨਹੀਂ ਦੇਖੀ। ਉੱਥੇ ਵੀ ਸਾਰਾ ਹੀ ਪਿੰਡ ਰਾਤ ਨੂੰ ਭਰੋਲੀ ਵੀ ਇਕੱਠੇ ਹੁੰਦੇ ਅਤੇ ਇੱਥੇ ਵੀ ਇਕੱਠੇ ਹੁੰਦੇ। ਗੁਰੂ ਅਰਜਨ ਦੇਵ ਮਹਾਰਾਜ ਨੇ ਪੁੱਛਿਆ, ਮਹਾਰਾਜ ਰੁਕਾਵਟ ਤਾਂ ਦੱਸੋ ਜੀ, ਰੁਕਾਵਟ ਦੂਰ ਕਰ ਲਈਏ। ਉਹ ਫਿਰ ਜਿਹੜੇ ਸੁਖਮਨੀ ਸਾਹਿਬ ਪੜ੍ਹਦੇ ਉਹ ਜ਼ਰੂਰ ਪੜ੍ਹਦੇ ਹੋਣਗੇ। ਕਹਿੰਦੇ ਪਹਿਲੀ ਤਾਂ ਰੁਕਾਵਟ ਹੈ ਬੈਰ ਵਿਰੋਧ। ਜਿਹੜੇ ਅੰਦਰ ਬੈਰ ਵਿਰੋਧ ਹੈ, ਜਿਹਨੂੰ ਦੁਸ਼ਮਣ ਮਿੱਤਰ ਦਿਸਦਾ, ਕੋਈ ਮਿੱਤਰ ਹੈ ਕੋਈ ਦੁਸ਼ਮਣ ਹੈ। ਕਹਿੰਦਾ ਪਹਿਲੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਹਿਲੀ ਤਾਂ ਗੱਲ ਇਹ ਹੈ, ਜੇ ਮੈਂ ਕਿਸੇ ਨੂੰ ਦੁਸ਼ਮਣ ਦੇਖਦਾ ਹੈਗਾ ਤਾਂ ਉਹ ਵੀ ਰੱਬੇ ਹੀ ਆ। ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਦੂਜੇ ਨੰਬਰ ਤੇ ਕਹਿੰਦੇ ਬੈਰ ਵਿਰੋਧ ਤੇ ਕਾਮ ਕ੍ਰੋਧ। ਇਹਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਇਹ ਦੋਏ ਸਰੀਰ ਦਾ ਸਤਿਆਨਾਸ਼ ਕਰਦੇ ਆ। ਬੈਰ ਵਿਰੋਧ ਵੀ ਸਰੀਰ ਦੇ ਅੰਦਰ ਹਰ ਵੇਲੇ ਮਨ ਤਪਦਾ ਰਹਿੰਦਾ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਇਹ ਗੱਲਾਂ ਦਿਸਦੀਆਂ ਘੱਟ ਹੈ, ਮਨ ਦੇ ਅੰਦਰ ਹੈ। ਉੱਦਾਂ ਜੀਭ ਤੋਂ ਬੰਦਾ ਮਿੱਠਾ ਬੋਲ ਸਕਦਾ, ਇਹ ਗੱਲਾਂ ਅੰਦਰ ਵਾਲੀਆਂ ਅੰਦਰ ਹੀ ਆ। ਇਹ ਬੰਦਾ ਹੀ ਜਾਣਦਾ, ਉਹਨੂੰ ਪਤਾ ਕੌਣ ਮੇਰਾ ਦੁਸ਼ਮਣ ਹੈ ਕੌਣ ਮਿੱਤਰ ਹੈ। ਕਿਸੇ ਨੂੰ ਪੁੱਛੋ ਵੀ ਪਿੰਡ 'ਚ ਕੌਣ ਤੇਰਾ ਦੁਸ਼ਮਣ ਹੈ, ਸ਼ਾਇਦ ਉਹ ਨਾ ਦੱਸੇ, ਪਰ ਉਹਦੇ ਅੰਦਰ ਗੱਲ ਬੈਠੀ ਆ ਫਲਾਣਾ ਮੇਰਾ ਦੁਸ਼ਮਣ ਹੈ। ਬੈਰ ਵਿਰੋਧ ਕਾਮ ਕ੍ਰੋਧ ਮੋਹ। ਮੋਹ ਹੁੰਦਾ ਆਪਣੇ ਪਰਿਵਾਰ ਦੇ ਨਾਲ, ਉਹਦੇ ਨਾਲ ਜੁੜੇ ਰਹਿਣਾ, ਵਿੱਚੋਂ ਟੁੱਟਣਾ ਨਹੀਂ। ਮੋਹ ਝੂਠ, ਜਿਹੜਾ ਝੂਠ ਬੋਲਦਾ ਉਹਦੇ ਅੰਦਰ ਗੁਰੂ ਦੀ ਫੋਟੋ ਨਹੀਂ ਆਉਣੀ। ਇਹ ਗੱਲਾਂ ਸੁਣ ਲਿਓ ਕਿੰਨੀਆਂ ਸਾਰੀਆਂ। ਝੂਠ ਬਕਾਰ, ਮਹਾ ਲੋਭ ਧਰੋਹ, ਕਿਸੇ ਨਾਲ ਧਰੋਹ ਕਰਨਾ, ਲੋਭ ਕਰਨਾ। ਇਹ ਆਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ। ਇਹ ਕਹਿੰਦੇ ਕਰਮ ਹੈ, ਇਹਨਾਂ ਕਰਕੇ ਕਈ ਜਨਮ ਲੱਗ ਜਾਂਦੇ ਆ ਬੰਦੇ ਨੂੰ, ਬੰਦਾ ਫਸਿਆ ਹੀ ਚਲੇ ਜਾਂਦਾ। ਇਹਨਾਂ ਤੋਂ ਬਚਣ ਦਾ ਛੁਟਕਾਰਾ ਇੱਕ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਕਿ ਮਹਾਰਾਜ ਛੁਟਕਾਰਾ ਕਿੱਦਾਂ ਜੀ। ਬਹੁਤ ਸਾਰੇ ਤੁਸੀਂ ਦੇਖੇ ਹੋਣੇ ਗੁਰਦੁਆਰਿਆਂ ਵਿੱਚ ਜਾ ਕੇ ਝਾੜੂ ਦਿੰਦੇ ਆ, ਬਹੁਤ ਜਾ ਕੇ ਕੋਈ ਜੁੱਤੀਆਂ ਸਾਫ਼ ਕਰਦਾ, ਕੋਈ ਸੰਗਤ ਦੀ ਸੇਵਾ ਕਰਦਾ ਹੈ, ਕੋਈ ਪ੍ਰਸ਼ਾਦੇ ਵਰਤਾਉਂਦਾ ਹੈ, ਕੋਈ ਪਕਾਉਂਦਾ ਹੈ। ਆਪਣੇ ਆਪਣੇ ਮਨ ਦੀ ਭਾਵਨਾ ਹੈ ਗੁਰਸਿੱਖਾਂ ਦੀ। ਉਹਦੇ ਵਿੱਚੋਂ ਕਰਮ ਦੇ ਜਿਹੜੇ ਧਰਮ ਦੇ ਕਰਮ ਹੈ ਨਾ,
दरबार साहिब चले जाओ, बड़ी दुनिया, कोई झाड़ू दिंदा, कोई पोचा दिंदा, कोई प्रसादे वरताउंदा, कोई कुछ करदा, सारे तुहानूं सारे इदां ही लगणगे सारे रब दे प्रेमी ही है। पर प्रेमी विचों कोई बिरला ही लभूगा इच्छा वाले है। मैं महाराज 40 दिन झाड़ू फेरूंगा, मेरा आया काम हो जाए, मेरा मुंडा बाहर चल जाए, मैं 40 दिन इत्थे मारा मत्था टेकूंगा, मैं आ काम करूँगा। ਉਹਦੇ ਵਿੱਚ कर्म दे धर्म दे कर्म करते मनुख नेकां दिसणगे। वो प्रेमी नहीं है, कर्म धर्म पा ਉਹਨੂੰ ਜਾਗਦੇ ਨੂੰ ਜਮ ਲੁੱਟ ਕੇ ਲੈ ਜਾਂਦਾ। ਸੁੱਤਿਆਂ ਨੂੰ ਤਾਂ ਸਾਰੇ ਲੁੱਟ ਲੈਂਦੇ ਆ, ਜਾਗਦਿਆਂ ਨੂੰ ਲੁੱਟ ਕੇ ਸਾਹਮਣੇ ਲੈ ਜਾਂਦਾ। ਉਹ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਨਿਰਵਾਣ ਕੀਰਤਨ ਹੁੰਦਾ ਕੋਈ ਇੱਛਾ ਨਾ ਹੋਵੇ, ਕੀਰਤਨੀਏ ਦੇ ਅੰਦਰ ਪੈਸਿਆਂ ਦੀ ਇੱਛਾ ਨਾ ਹੋਵੇ, ਕੋਈ ਹੋਰ ਕਿਸੇ ਚੀਜ਼ ਦੀ ਇੱਛਾ ਨਾ ਹੋਵੇ, ਕੇਵਲ ਰੱਬ ਦੀ ਬਾਣੀ ਨਰੋਲ ਪੜ੍ਹਨੀ ਆ, ਕੋਈ ਹੋਰ ਇੱਛਾ ਨਹੀਂ ਹੈ, ਕੋਈ ਵਿੱਚ ਸੰਕਲਪ ਵਿਕਲਪ ਨਹੀਂ ਹੈ ਮੈਨੂੰ ਇਹ ਚੀਜ਼ ਮਿਲ ਜਾਵੇ। ਜੇ ਪੈਸਿਆਂ ਦੀ ਨਹੀਂ, ਕਈ ਵਾਰ ਤਾਂ ਇਹੀ ਬੰਦਾ ਕਹਿੰਦਾ ਮੈਂ ਰੱਬ ਦੀ ਸਿਫਤ ਕਰਦਾ, ਮੈਨੂੰ ਮਰਾਤਬਾ ਮਿਲ ਜਾਵੇ, ਲੋਕ ਮੈਨੂੰ ਚੰਗਾ ਕਹਿ ਦੇਣ, ਮਰਾਤਬਾ ਮਿਲ ਜਾਵੇ। ਨਿਰਵਾਣ ਹੁੰਦਾ ਜਿਹਦੇ ਵਿੱਚ ਕੋਈ ਇੱਛਾ ਹੀ ਨਹੀਂ ਹੈ, ਮੈਂ ਲੈਣਾ ਹੀ ਕੁਛ ਨਹੀਂ, ਬਸ ਕੁਛ ਨਹੀਂ ਚਾਹੀਦਾ ਜੀ। ਬੁੱਧੂ ਸ਼ਾਹ ਦਾ 500 ਮਰੀਦ ਮਰ ਗਿਆ, 500 ਚੇਲਾ। ਉਹ ਕਿਹੜਾ ਵਿਚਾਰੇ ਸ਼ਸਤਰ ਲੈ ਕੇ ਆਏ ਸੀ, ਤਲਵਾਰਾਂ ਲੈ ਕੇ ਆਏ ਸੀ, ਉਹ ਤਾਂ ਮੱਥਾ ਟੇਕਣ ਆਏ ਸੀ। 700 ਚੇਲਾ ਬੈਠਾ ਸੀ ਬੁੱਧੂ ਸ਼ਾਹ ਦੇ ਚਰਨਾਂ 'ਚ। ਜਦ ਇੱਕ ਨੇ ਆ ਕੇ ਦੱਸਿਆ ਬੁੱਧੂ ਸ਼ਾਹ ਜੀ ਨੂੰ, ਪੀਰ ਜੀ ਤੁਹਾਡਾ 500 ਪਠਾਨ ਤੁਸੀਂ ਰਖਾਇਆ ਸੀ 10ਵੇਂ ਪਾਤਸ਼ਾਹ ਨੂੰ, ਜਦੋਂ ਜ਼ਰੂਰਤ ਪਈ ਆ 500 ਨੱਠ ਗਏ। ਪੀਰ ਜੀ ਨੇ ਕਿਹਾ ਚਲੋ ਬਈ ਸਾਰੇ ਚਲੀਏ। ਲੋਕਾਂ ਨੇ ਕਹਿਣਾ ਰਖਾਏ ਤਾਂ ਅਸੀਂ ਮੌਕੇ ਨਾਲ ਨੱਠ ਜਾਇਓ। ਉਹਨਾਂ ਨੇ ਕਿਹੜਾ ਸ਼ਸਤਰ ਬਸਤਰ ਪਹਿਨੇ ਸੀ, ਡੰਡੇ ਡੁੰਡੇ ਭੰਨ ਲਏ ਰਾਹ 'ਚੋਂ ਵਿਚਾਰਿਆਂ ਨੇ। 700 ਬੰਦੇ ਨੇ, ਕਿਸੇ ਨੇ ਡੰਡਾ, ਕਿਸੇ ਨੇ ਕੁਛ, ਕਿਸੇ ਨੇ ਕੁਛ। ਉਹਨਾਂ ਕੋਲ ਸ਼ਸਤਰ ਤਾਂ ਹੈ ਨਹੀਂ ਸੀ। ਸਾਰਾ ਭਗਾਣੀ ਦਾ ਯੁੱਧ ਡੰਡਿਆਂ ਖੌਂਚਿਆਂ ਨਾਲ ਹੀ ਜਿੱਤਿਆ। ਕਿਰਪਾਲ ਦਾਸ ਨੇ ਆਪਣੇ ਘੋਟਣੇ ਨਾਲ ਹਯਾਤ ਖਾਂ ਦਾ ਸਿਰ ਫੇਨਤਾ। ਲਾਲ ਚੰਦ ਹਲਵਾਈ ਨੇ ਖੌਂਚੇ ਨਾਲ ਇੱਕ ਜਰਨੈਲ ਦਾ ਸਿਰ ਵੱਢ ਦਿੱਤਾ। ਖੌਂਚਿਆਂ ਘੋਟਣਿਆਂ ਨੇ ਨਾਲ ਡੰਡਿਆਂ ਦੇ ਨਾਲ ਹੀ ਭਗਾਣੀ ਦਾ ਯੁੱਧ ਜਿੱਤ ਲਿਆ। ਉਹਦੇ ਵਿੱਚੋਂ 500 ਦਾ ਚੇਲਾ ਮਰ ਗਿਆ। 500 ਜਿਹੜੇ ਵਿਚਾਰੇ ਦਰਸ਼ਨਾਂ ਨੂੰ ਗਏ ਸੀ, ਗੁਰੂ ਆਪਣੇ ਬੁੱਧੂ ਸ਼ਾਹ ਦੇ ਦਰਸ਼ਨਾਂ ਨੂੰ ਗਏ ਸੀ, ਗੁਰੂ ਦਾ ਬਚਨ ਮੰਨ ਕੇ ਉਹ 10ਵੇਂ ਪਾਤਸ਼ਾਹ ਲੜਾਈ। ਕਈ ਤਾਂ ਵਿਚਾਰੇ ਲੜਾਈ ਚਾਹੁੰਦੇ ਹੀ ਨਹੀਂ ਆ, ਪਰ ਗੁਰੂ ਦਾ ਬਚਨ ਮੰਨ ਕੇ ਲੜਾਈ ਵਿੱਚ ਚਲੇ ਗਏ। ਉਹ ਉੱਥੇ 500 ਮਰ ਗਿਆ। ਹੋ ਸਕਦਾ ਸ਼ਾਸਤਰ ਹੁੰਦੇ ਨਾ ਵੀ ਘੱਟ ਮਰਦੇ ਉਹਨਾਂ 'ਚੋਂ। ਬਿਨਾਂ ਸ਼ਾਸਤਰਾਂ ਤੋਂ ਵਿਚਾਰੇ 2 ਮੁੰਡੇ ਮਰ ਗਏ ਬੁੱਧੂ ਸ਼ਾਹ ਦੇ। 500 ਦਾ ਮੁੰਡਾ, 500 ਮਰੀਦ, 2 ਮੁੰਡੇ। ਸਾਰਿਆਂ ਨੂੰ ਸਰੋਪੇ ਦੇ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੰਗ ਜਿੱਤਣ ਦੀ ਖੁਸ਼ੀ ਵਿੱਚ ਤੋਰਿਆ। ਤੇ ਬੁੱਧੂ ਸ਼ਾਹ ਦੀ ਬਾਰੀ ਆਖਰ ਵਿੱਚ ਆਈ। ਬੁੱਧੂ ਸ਼ਾਹ ਮੱਥਾ ਟੇਕਣ ਆਇਆ। ਬੜਾ ਕਮਾਈ ਵਾਲਾ ਪੀਰ ਸੀ। ਗੁਰਮੁਖੋ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਤੁਸੀਂ ਕਿਤੇ ਮੁਸਲਮਾਨ ਫਕੀਰਾਂ ਦੇ ਅਸਥਾਨਾਂ 'ਤੇ ਜਾ ਕੇ ਦੇਖਿਓ, ਇੱਕ ਤੁਹਾਨੂੰ ਫੋਟੋ ਦਿਸੂਗੀ। ਉੱਥੇ ਇੱਕ ਸ਼ੇਰ ਦੇ ਉੱਤੇ ਕੁੱਲਾ ਬੰਨਿਆ ਬੰਦੇ ਨੇ, ਕੁੱਲਾ ਸ਼ੇਰ ਦੇ ਉੱਤੇ ਬੈਠਾ ਤੇ ਹੱਥ ਵਿੱਚ ਸੱਪ ਫੜਿਆ ਹੋਇਆ। ਉਹ ਬੁੱਧੂ ਸ਼ਾਹ ਦੀ ਫੋਟੋ ਹੈ। ਬੁੱਧੂ ਸ਼ਾਹ ਸ਼ੇਰ ਦੀ ਸਵਾਰੀ ਕਰਦਾ ਸੀ ਤੇ ਹੱਥ ਵਿੱਚ ਸੱਪ ਫੜ ਕੇ ਰੱਖਦਾ ਸੀ। ਔਰ ਡਿੱਡੀ ਕਮਾਈ ਦਾ ਮਾਲਕ ਸੀ ਕਿ ਅਰਬਾਂ ਦੇ ਵਿੱਚੋਂ ਉਹਦੀ ਦਸੌਂਦ ਹਵਾ ਦੇ ਵਿੱਚ ਉੜ ਕੇ ਆਉਂਦੀ ਸੀ। ਇਹ ਵੀ ਚੇਤਾ ਰਹਿ ਜਾਵੇ, ਐਵੇਂ ਨਾ ਸਮਝੋ ਕਿਤੇ ਉੱਦਾਂ ਹੀ ਨਹੀਂ ਸੀ ਬੁੱਧੂ ਸ਼ਾਹ। ਮਾੜਾ ਮੋਟਾ ਪੀਰ ਨਹੀਂ ਸੀ, ਪਾਵਰ ਬਹੁਤ ਜ਼ਿਆਦਾ ਸੀ ਉਹਦੇ ਕੋਲ। ਐਵੇਂ ਨਹੀਂ ਸੀ ਇੰਨੀ ਦੁਨੀਆ ਉਹਦੇ ਮਗਰ ਲੱਗੀ ਹੋਈ। ਇਹ ਵੀ ਮੈਂ ਤੁਹਾਨੂੰ ਇੱਕ ਹੋਰ, ਉਹ ਸ਼ਾਇਦ ਤੁਸੀਂ ਫੋਟੋ ਕਿਸੇ ਮੁਸਲਮਾਨ ਅਸਥਾਨ 'ਤੇ ਜਗ੍ਹਾ 'ਤੇ ਲੱਗੀ ਦੇਖੋਗੇ। ਦਿੱਲੀ ਦੇ ਕੋਲ ਪਾਣੀਪਤ ਦੇ ਨੇੜੇ ਇੱਕ ਥਾਨੇਸਰ ਸ਼ਹਿਰ ਹੈ। ਉਹ ਥਾਨੇਸਰ ਸ਼ਹਿਰ ਦੇ ਵਿੱਚ ਇੱਕ ਸਿੱਧਾਂ ਦਾ ਅਸਥਾਨ ਹੁਣ ਵੀ ਹੈ। ਉੱਥੇ ਸਿੱਧ ਵੀ ਕਮਾਈ ਵਾਲੇ ਸੀ। ਉਹ ਸਿੱਧ ਨੇ ਆਪਣੇ ਸੇਵਕ ਨੇ ਆਪਣੇ ਗੁਰੂ ਨੂੰ ਆ ਕੇ ਦੱਸਿਆ, ਸਿੱਧਾਂ ਨੂੰ, ਕਹਿੰਦੇ ਮਹਾਰਾਜ ਲੰਗਰ ਦੇ ਵਿੱਚ ਰਸਦ ਹੈ ਨਹੀਂ ਜੀ, ਕੀ ਹੁਕਮ ਆ ਜੀ ਸਾਨੂੰ। ਉਹ ਸਿੱਧ ਕਹਿਣ ਲੱਗੇ ਕੋਈ ਗੱਲ ਨਹੀਂ, ਬੈਠੋ, ਆ ਜੂਗੀ ਰਸਦ। ਜਿਹੜੀ ਬੁੱਧੂ ਸ਼ਾਹ ਜੀ ਦੀ 800 ਬੋਰੀ ਅਰਬਾਂ ਦੇ ਵਿੱਚੋਂ ਦਸੌਂਦ ਉੜ ਕੇ ਹਵਾ 'ਚ ਆਉਂਦੀ ਸੀ, ਉਹ ਸਿੱਧ ਨੇ 400 ਬੋਰੀ ਰਾਹ 'ਚ ਲਾ ਲਈ।
ਉੱਥੇ ਪਹੁੰਚੀ 400 ਬੁੱਧੂ ਸ਼ਾਹ ਦੇ। ਬੁੱਧੂ ਸ਼ਾਹ ਜੀ ਨੇ ਨਿਗਾਹ ਮਾਰ ਕੇ ਦੇਖਿਆ ਵੀ 400 ਬੋਰੀ ਕਿੱਥੇ ਗਈ, ਉੱਥੋਂ 800 ਤੁਰੀ ਸੀ 400 ਪਹੁੰਚੀ ਆ। ਨਿਗਾਹ ਮਾਰੀ ਵੀ ਪਾਣੀਪਤ ਦੇ ਕੋਲ ਥਾਨੇਸਰ ਸ਼ਹਿਰ ਹੈ, ਉੱਥੇ ਇੱਕ ਸਿੱਧਾ ਨੇ 400 ਬੋਰੀ ਰਾਹ 'ਚ ਲਾ ਲਈ ਆ। ਬੁੱਧੂ ਸ਼ਾਹ ਜੀ ਵੀ ਸ਼ੇਰ 'ਤੇ ਚੜ੍ਹ ਕੇ ਸੱਪ ਹੱਥ ਵਿੱਚ ਫੜ ਕੇ ਗਏ। ਇਹ ਸ਼ਾਇਦ ਤੁਸੀਂ ਫੋਟੋ ਬੀਬੀ ਸ਼ਰੀਫਾਂ ਜੀ ਦੇ ਲੱਗੀ ਦੇਖੋਗੇ, ਹੋਰ ਵੀ ਕਈ ਮੁਸਲਮਾਨ ਅਸਥਾਨਾਂ 'ਤੇ ਲੱਗੀ ਹੋਈ ਹੈ। ਇੱਕ ਮੋਰੇ ਪੀਰ ਕੰਧ 'ਤੇ ਬੈਠਾ ਤੇ ਬਾਬਾ ਪੀਰ ਬੁੱਧੂ ਸ਼ਾਹ ਜੀ ਸ਼ੇਰ 'ਤੇ ਬੈਠੇ ਆ, ਹੱਥ ਵਿੱਚ ਸੱਪ ਫੜਿਆ ਹੋਇਆ। ਜਦ ਬੁੱਧੂ ਸ਼ਾਹ ਪਹੁੰਚਿਆ ਤੇ ਉਹ ਪੀਰ ਕੰਧ 'ਤੇ ਬੈਠਾ ਸੀ। ਉਹਨੇ ਕੰਧ ਨੂੰ ਥਾਪੜਾ ਦਿੱਤਾ, ਕਹਿੰਦਾ ਚੱਲ ਮਹਾਂਪੁਰਸ਼ ਆਉਂਦੇ ਆ, ਚੱਲ ਕੇ ਚਲੀਓ। ਕੰਧ ਤੁਰ ਪਈ। ਲੰਮੀ ਚੌੜੀ ਕਥਾ ਮੈਂ ਇੱਥੇ ਕਿ ਸਮਾਪਤੀ ਕਰ ਦੇਣੀ। ਇੱਡੀ ਕਮਾਈ ਦਾ ਮਾਲਕ ਸੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ, ਸਾਹਿਬ ਕੰਘਾ ਕਰਦੇ ਸੀ ਆਪਣੇ ਕੇਸਾਂ ਵਿੱਚ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਡਿਆਈਆਂ ਬਖਸ਼ੀਆਂ ਆਪਣੇ ਗੁਰਸਿੱਖਾਂ ਨੂੰ, ਸੇਵਾਦਾਰਾਂ ਨੂੰ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਉਹਨਾਂ ਨੂੰ ਵਡਿਆਈਆਂ ਦਿੱਤੀਆਂ। ਕੇਸ ਵਾਹੁੰਦੇ ਵਾਹੁੰਦੇ ਕਹਿੰਦੇ, ਬੁੱਧੂ ਸ਼ਾਹ ਤੈਂ ਵੀ ਸਾਡੀ ਬੜੀ ਮਦਦ ਕੀਤੀ ਆ ਬਈ, ਤੇਰਾ ਵੀ 500 ਚੇਲਾ ਮਰ ਗਿਆ, 2 ਤੇਰੇ ਮੁੰਡੇ ਮਰ ਗਏ, ਤੈਨੂੰ ਕੀ ਦਈਏ, ਤੂੰ ਦੱਸ ਤੈਨੂੰ ਕੀ ਦਈਏ। ਬੁੱਧੂ ਸ਼ਾਹ ਨੇ ਅੱਖਾਂ 'ਚ ਪਾਣੀ ਭਰ ਕੇ ਕਹਿੰਦਾ, ਮਹਾਰਾਜ ਮੈਂ ਕੁਛ ਨਹੀਂ ਲੈਣਾ ਜੀ, ਕੋਈ ਚੀਜ਼ ਨਹੀਂ ਚਾਹੀਦੀ। ਇਹਨੂੰ ਕਹਿੰਦੇ ਨਿਰਵਾਣ ਕੀਰਤਨ। ਨਿਰਵਾਣ ਕੀਰਤਨ, ਕੀਰਤਨ ਹੁੰਦਾ ਕੀਰਤੀ ਗੁਰੂ ਦਾ ਜਸ। ਕਹਿੰਦਾ ਕੁਛ ਨਹੀਂ ਚਾਹੀਦਾ ਜੀ ਮਹਾਰਾਜ। ਕਹਿੰਦੇ ਕੁਛ ਨਾ ਕੁਛ ਤਾਂ ਮੰਗ ਲਾ। ਕਹਿੰਦਾ ਜੇ ਬਹੁਤ ਖੁਸ਼ ਹਾਂ ਮਹਾਰਾਜ, ਜਿਹੜਾ ਕੰਘਾ ਤੁਸੀਂ ਕੇਸਾਂ 'ਚ ਫੇਰਦੇ ਮੈਨੂੰ ਦੇ ਦਿਓ, ਮੈਂ ਤੁਹਾਨੂੰ ਚੇਤੇ ਰੱਖਿਆ ਕਰੂੰਗਾ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੋਂ ਸਿੱਖਾਂ ਦੀ ਇੱਕ ਕੀਮਤੀ ਚੀਜ਼ ਹੈ। ਹਜ਼ਰਤ ਬਲ ਵਿੱਚ ਕਸ਼ਮੀਰ ਦੇ ਵਿੱਚ ਮੁਹੰਮਦ ਸਾਹਿਬ ਜੀ ਦੀ ਦਾੜੀ ਦਾ ਇੱਕ ਵਾਲ ਸੀ ਜਿਹੜਾ ਗੁੰਮ ਹੋ ਗਿਆ ਸੀ, ਮੁਸਲਮਾਨਾਂ ਨੇ ਰੌਲਾ ਪਾਤਾ ਸੀ। ਉਹਦੇ ਵਿੱਚ ਕੇਸ ਫਸੇ ਹੋਏ ਆ ਕੰਘੇ ਦੇ ਵਿੱਚ। ਬੁੱਧੂ ਸ਼ਾਹ ਦੇ ਹੱਥ 'ਤੇ ਰੱਖ ਦਿੱਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਹੈ ਸਿੱਖਾਂ ਦੀ ਸਭ ਤੋਂ ਕੀਮਤੀ ਚੀਜ਼ ਬੁੱਧੂ ਸ਼ਾਹ ਦੇ ਕੋਲ। ਸਿੱਖ ਨੇ ਕੀ ਮੋਰੇ ਇੱਛਾ ਰੱਖੀ? ਕੋਈ ਇੱਛਾ ਨਹੀਂ। ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਨੇ ਸਾਰਾ ਕੁਝ ਦੇ ਦਿੱਤਾ। ਬੁੱਧੂ ਸ਼ਾਹ ਦੀ ਕਬਰ ਨਹੀਂ ਬਣੀ, ਉਹਦਾ ਕੋਲੂ ਦੇ ਵਿੱਚ ਹੀ ਕੱਢ ਕੇ ਥੋੜ੍ਹਾ ਥੋੜ੍ਹਾ ਮਾਸ ਕਰਕੇ ਛੱਡ ਦਿੱਤਾ ਸੀ। ਅੱਜ ਵੀ ਸਟੌਰੇ ਸ਼ਹਿਰ ਵਿੱਚ ਤੁਸੀਂ ਜਾਓ, ਉੱਥੇ ਬੁੱਧੂ ਸ਼ਾਹ ਦਾ ਅਸਥਾਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਬਣਾਇਆ ਸੀ, ਉਹਦੀ ਕਬਰ ਨਹੀਂ ਬਣੀ ਹੋਈ। ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਨੇ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੈ, ਕਹਿੰਦੇ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ। ਉੱਥੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਤਰੀਕਾ ਦੱਸਿਆ ਸਿੱਖਾਂ ਦੇ ਬਚਣ ਦਾ, ਕਿ ਤੁਸੀਂ ਕਿੱਦਾਂ ਬਚੋਗੇ ਵੀ ਇਹਨਾਂ ਗੱਲਾਂ ਤੋਂ। ਜੇ ਕਿਸੇ ਨੂੰ ਕੋਈ ਕਹਿ ਦੇਵੇ ਝੂਠ ਛੱਡੋ, ਛੱਡਦਾ? ਕਿਸੇ ਨੂੰ ਕਹੇ ਬੈਰ, ਤੂੰ ਆਪਣਾ ਬੈਰ ਗਵਾ ਦੇ ਫਲਾਣੇ ਨਾਲ, ਕੋਈ ਛੱਡਦਾ ਜੀ? ਬਾਬੇ ਫਰੀਦ ਸਾਹਿਬ ਜੀ ਨੇ ਤਾਂ ਇੱਥੇ ਤੱਕ ਗੱਲ ਲਿਖੀ ਆ, ਕਹਿੰਦੇ ਫਰੀਦਾ ਜੋ ਤੈਂ ਮਾਰਨ ਮੁਕੀਆਂ ਤੇ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ। ਜਿਹੜਾ ਤੁਹਾਡੇ ਡੰਡੇ ਮਾਰੇ ਉਹਦੇ ਤੁਸੀਂ ਡੰਡਾ ਨਾ ਮਾਰੋ, ਜੇ ਤੁਹਾਡੇ ਘਰ ਨੂੰ ਆਵੇ ਤਾਂ ਉਹਦੇ ਪੈਰਾਂ ਨੂੰ ਚੁੰਮੋ। ਮੇਤੇ ਤਾਂ ਨਹੀਂ ਹੋਣੀ ਗੱਲ, ਸ਼ਾਇਦ ਤੁਹਾਤੇ ਹੋ ਜਾਵੇ ਤਾਂ ਹੋ ਜਾਵੇ, ਮੇਤੇ ਤਾਂ ਨਹੀਂ ਹੋਣੀ। ਇੰਨੀ ਨਿਮਰਤਾ ਵਿੱਚ ਕਹਿੰਦੇ ਆ ਮਾਰੋ। ਤਾਂ ਕਿਸੇ ਅੰਮ੍ਰਿਤਧਾਰੀ ਦੇ ਮੌਕਾ ਦੇਖੋ ਤਾਂ ਮੂਹਰੇ ਕੀ ਜਵਾਬ ਆਉਂਦਾ ਹੈ ਬਈ ਨਿਮਰਤਾ, ਇੰਨੀ ਨਿਮਰਤਾ ਹੋਣੀ ਚਾਹੀਦੀ ਹੈ। ਜੇ ਕਿਸੇ ਨੂੰ ਕਹੇ ਬੈਰ ਵਿਰੋਧ ਛੱਡ ਦੇ, ਛੱਡ ਦੂਗਾ? ਉਹ ਨਹੀਂ ਛੱਡੂਗਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ, ਮਹਾਰਾਜ ਫਿਰ ਤਰੀਕਾ ਦੱਸੋ ਵੀ ਛੱਡੀਏ ਕਿੱਦਾਂ ਇਹਨੂੰ? ਉਹਨੇ ਫਿਰ ਕਿਹਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ। ਨਾਮ ਜਪਣ ਵਾਲੇ ਗੁਰਮੁਖਾਂ ਨੂੰ ਸੰਤ ਕਹਿ ਕੇ ਪੁਕਾਰਿਆ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਮਹਾਂਪੁਰਸ਼ ਕਹਿ ਦੇਵੇ ਇਹ ਗੱਲ ਤੈਂ ਕਰਨੀ ਨਹੀਂ ਹੈ, ਉੱਥੇ ਖੜ ਜਾਵੇ, ਫਿਰ ਤਰ ਗਿਆ, ਨਹੀਂ ਤਾਂ ਉੱਦਾਂ ਨਹੀਂ ਛੁੱਟਦਾ ਹੈ। 70 ਸਾਲ ਬਾਬਾ ਸੰਤਾ ਸਿੰਘ ਜੀ ਨੇ ਇੱਕ ਬਚਨ ਤੇ ਅਨੰਦਪੁਰ ਸਾਹਿਬ ਇੱਕ ਕੱਚੀ ਸੰਨ ਦੇ ਵਿੱਚ ਬਿਤਾਤੇ। ਬਾਬਾ ਜਵਾਲਾ ਸਿੰਘ ਜੀ ਦੇ ਬਚਨ ਤੇ 70 ਸਾਲ ਇੱਕ ਬਚਨ ਤੇ। ਹੋਰ ਕਈ ਮਹਾਂਪੁਰਖ ਇੱਕ ਇੱਕ ਬਚਨ ਤੇ ਖੜ ਗਏ। ਜੇ ਕੋਈ ਬਚਨ ਕਮਾਵੇ, ਯੁੱਗ ਬਦਲਦਾ, ਨਹੀਂ ਤਾਂ ਸੁਭਾਅ ਨਹੀਂ ਬਦਲਦੇ, ਜਨਮਾਂ ਦੇ ਸੁਭਾਅ ਨਹੀਂ ਬਦਲਦੇ।
उन्हां सुभावां नूं बदलना होवे ते साधु महात्मा की संगत उन्ना जरूरी है जिन्ना जरूरी मनुख नूं साह लैना जरूरी है, जिन्ना जरूरी मनुख नूं रोटी खानी जरूरी है। साधु की संगत उन्नी जरूरी है, नहीं तो आत्मा जन्मां दे धक्के खांदी फिरदी है। एक महात्मा प्रमाण दिंदे हुंदे सी, कहंदे भी एक किसी बंदे ने बकरी रखी हुई सी, बकरी ते एक उन्हें बांदर रखिया होया सी। वो बकरी नूं पट्ठे पा के बकरी संगल पाया सी, बांदर दे भी संगली पाई हो सी। वो जदों रोटी पकाउंदा सी अपने खाण पीण दी, उन्होंने लूण की जरूरत पई, वो बेचे तो खुले छड्ड गया, वो दुकान ते चले गया सौदा लैण। बांदर शैतान बड़ा, इन्हें गल चों आपे संगली कढ़ लैंदा, आपे पा लैंदा। उन्हें देखिया वो चले गया, बांदर ने गल चों संगली कढ़ी। उत्थे जाके ਉਹਦੀ रसोई में जो खाना सी खाधा मर्जी ना, ਉਹਦੇ आउण तो पहला पहला एक दही ना पंजा लपेट के लै आया, लिया के बकरी के मूँह मलता, बकरी का संगल खुला छड़ता, अपने गल संगली पा के उत्थे ही फिर बह गया। बकरी नूं की पता सी किधर की आ, बकरी जिधर नूं मूँह सी उधर हो गया। बकरी ने जिन्ना जिन्ना बुल्लां नाल दुआले चट हो गया, बाकी मूँह लिबड़िया ही रह गया। वो जब आया उन्हें देखा सारा ही समान खिल रहा है, उन्हें क्या बांदर बांदर नीवी पा के बह गया, उन्हें पा के संगली नीवी पाई हो, पता ही नहीं भी जिदा मैं तो कई चिर दा बैठा ही। उन्हें जब देखा बकरी है नहीं, बकरी परे बाड़ा च कुर तो घूमती फिरे, उन्होंने की पता इधर समान की है, वो बाड़ा च घूमती फिरे। उन्हें जब देखा बकरी फड़ी, वह मूँह दही ना लिबड़िया, उन्हें क्या खादा ही इन्हें। उन बकरी बन ली, डंडा लिया चक के, गुस्सा उन्होंने पहले ही बहुत चढ़िया सी, एक बकरी के मूँह ते दाग लगा है दही का। उन 5-7 बकरी दे छड़ियाँ, बकरी ने रौली पाई। एक बिचों बंदा देखदा सी भला मानस, वो कहंदा वो एक गल कसूर तो वो जो नीवी पा के बैठा उहदा है, ये तो बेचारी गरीब ही है, ये तो मूँह नूं इहने खाधा खुदा नहीं कुछ भी है, ये तो मूँह ते दाग लगे चले गया। महात्मा कहते मन इत्थे अपने सुख दे तक सीमित रह के अपना मौज मेला कर जाता, आत्मा फस जाती है गाहां जन्मां दे चक्कर विच, मुड़ के नहीं छुटती है, क्योंकि ये मूँह ते दाग लग्या ही चले जाता। जदों गुरु नानक साहब जी महाराज हेमे कोड़ी की छपड़ी सन में गए है, ये नेपाल के बार्डर ते आ स्थान, इन्हूं कोड़ी वाला घाट सददे आ। ये सारे बाहरले स्टेटां विच होए आ, कोडा राक्ष मध्य प्रदेश में होया, भूमिया चोर जिहड़ा बंगाल, उत्थे हले भी वो राजे दे महल हैगे जिथे भूमिया चोर गया सी चोरी करन, वो हले हैगा। जिहड़ा कोडा जिन मरदाना फड़िया सी मध्य प्रदेश में है। जिहड़ा हेमा कोड़ी की छपड़ी सन सी, ये सी नेपाल के बार्डर ते, जिसले तुसीं इधर शाहजहानपुर तो अगे नूं जाओ, नेपाल के बार्डर ते जाके उहदी कोड़ी वाला घाट कहंदे उहनूं, उत्थे कोड़ी वाले घाट नूं गुरु नानक देव महाराज ने यह उपदेश किया सी, कहंदे जियो तपत है बारोबार, तप तप खपे बहुत बेकार, जै धन बाणी बिसर जाए ज्यों पक्का रोगी बललाए। जिस बंदे नूं रब दी बाणी बिसर जावे, पक्का रोगी हुंदा, कि दमा हुंदा सी, कहंदे दमा दमा ना जांदा, उहनूं साह चढ़िया ही रहिंदा सी, इहनूं कहंदे पक्का रोगी। कईयां नूं शुगर होई, वो भी पक्का रोगी है, हर वेले दुखी है वो। कईयां नूं पक्के ही रोग लगे आ, वो हटदे नहीं है, वो पक्का रोगी बललाए। वो कहंदे जिहनूं परमेश्वर की बाणी बिसर गई, रब का नाम, परमेश्वर की बाणी निरंकार है, निरंकार नाल जुड़ना, बाणी पढ़ लो, बाहो बाहो बाणी निरंकार है, बाणी पढ़ लो। फिर उन्होंने कोड़ी नूं उपदेश करके गल कही सतगुरु नानक देव महाराज ने, बकरी वाली, कहंदे जेता मोह प्रीत स्वाद सभा कालख दागा दाग, कहंदे जिन्ना तेरा प्रेम है दुनिया ना धीआं पुत्तां भैणां भरावां, जमीन ना धन ना किसे, हरेक बंदे का प्रेम जुड़िया होया किसी ना किसी चीज़ ना। जेता मोह प्रीत, मोह हुंदा परिवार दे वास्ते, प्रीत हुंदी है, प्रीत कई चीज़ों की हो सकती है, किसी की बंदे नाल है, किसी की धन नाल है, किसी की जमीन नाल है, किसी की शरीर नाल है।
जेता मोह प्रीत स्वाद। मोह कहते आ जे तो उही प्रेम कर लीए रब नाल उहनूं कहंदे भगती, उही प्रेम कर लीए घर दियां निआणियां धीआं पुत्तां नाल उहनूं कहंदे मोह। जिहड़े जीव नूं स्वाद लगे आ, मैं किसी नूं पुछिआ, मैं कहा तुसीं उत्थे एक रेहड़ी आ साडे इत्थे गंद च बहुत ज़्यादा गढ़शंकर हुंदा सी, उत्थे सोधा ही गंद हुंदा, गंद दे विच एक रेहड़ी खड़ी सी, सानूं तां पता नहीं सी, उत्थे लिखिआ सी श्री खरोड़ा ते पेटी। मैनूं बाद च पता लग्या भी बकरे की सिरी तो वो खुर तो वो मींगणा कट्ठियां होंदियां तो उहनूं कहंदे पेटी। मैनूं तो पता नहीं सी, मैं वो कदे बनाउंदे सी तां मैं उहनूं पुछिआ ये की आ, कहंदा ये पेटी आ। मैं कहा ये की स्वाद हुंदा इहदा, कहंदा जिद्दां छोले दी तरी हुंदी। मैं कहा उही खा लिया करो, गंद जरूर खाना तुसीं, आपे उही खा लिया करो। इहनूं कहंदे स्वाद जीभ दा। कहंदे जिन्ने ये महाराज गुरु नानक साहब कहंदे तिन्ने चीज़ां जेता मोह प्रीत स्वाद सभा कालख दागा दाग, ये तेरे मूँह ते दाग लगे हो जाने आ मोहरे। दाग दोष मूँह चलिया लाए दर गए बैसण नाही जाए। कहंदे जिद्दां तैनूं कोड़ फुट्टा है तेरे घर दे तैनूं कोल नहीं बैण दिंदे, इदां दरगाह च भी नहीं बैण दिंदे, ਇਹ सारा मूँह ते दाग लगे हो जाते। तां गुरु अर्जन देव महाराज ने बड़ी बख्शिश की है गुरसिखां ते, गुरसिखां ते नहीं सारियां धर्मां ते ही है। जे गुरु अर्जन देव महाराज ना किरपा करदे तां कल दा दिन पंजाब विच मनना नहीं सी बाबे रविदास जी का, भगत रविदास जी का। उन्होंने बाणी लिया के विच गुरु ग्रंथ साहिब दर्ज की, तां पता लगा साडे पंजाब के लोगों नूं भी साडे गुरु उधर होए आ कांशी विच, किड्डी किरपा की है। बिच्चे शूदर बैठे है, बिच्चे ब्राह्मण बैठे है, बिच्चे जट बैठे है, बिच्चे नाई बैठे, बिच्चे चीर बैठे है, सारियां दी बाणी इकट्ठी की है। रब दे प्यारियां दी बाणी इकट्ठी करके उपदेश बख्श दिता। उपदेश जेड़े जेड़े ने ग्रहण कर लिया, जिन्हां जिन्हां गुरमुखां ने ग्रहण कर लिया, उन्हां विचों ग्रहण करन वालियां विचों एक पवित्र आत्मा इस नगर विच सरदार भगत सिंह हुणां दे आउंदे हुंदे सी। और जिहड़ा घोड़ा इत्थे वो बन्नदे हुंदे सी, वो घोड़ा पिंड पलाही विच उहने शरीर छड्डिया। हाले सानूं जगह का पता नहीं लग्या, किसी ने दस्सिया सी कि उत्थे जगह छोटी जी बनी हुई है। उस घोड़े ने वर दे के उन्होंने एक मुंडा बख्शिया सी, मेरा ख्याल शायद वो चढ़ाई कर गया मुंडा भी हुण, तो वो घोड़े के दुआले ही भीड़ां लगियां रहिंदियां सी, लोग पुछदे रहिंदे सी देवराज साडा काम हो जाऊगा। वो सिर मार दिंदा सी, कदी इदां जां कदी तां हो जाऊ जां सिर दूई तरह मार देना, नहीं तो नहीं। ਉਹਦੇ दुआले ही भीड़ां लगियां रहिंदियां सी। वो भगत सिंह उन्होंने ने कहा महाराज साडे औलाद नहीं, कहंदे देवराज नूं खुश कर लो। उन्होंने खुश करके वो घोड़े के बचन के नाल पैदा होया सी। वो घोड़े ने पलाही पिंड में शरीर छड्डिया, जिहड़े छेवें पातशाह गुरु हरगोबिंद साहब महाराज आए हैं फगवाड़े के कोल। जब वो घोड़े ने शरीर छड्डिया तो कुछ सिखां ने आके बेनती की महाराज को, मैं गुरमुखो तां कहना भी एवें नहीं दुनिया दिन मनाउंदी, कोई अपने बुढ़े का दिन भी साल बाद कोई मनाउंदा नहीं तो मनाउंदा नहीं है। वो कहंदे महाराज इस घोड़े ते तुसीं सवारी की है जी, ये घोड़ा घड़ीस नहीं होना चाहिए, क्योंकि घोड़ा भारा सी, उच्चा बहुत सी। ये महाराज आ घड़ीसणा दियां ये चमड़े दी टुकड़ियां लै जानियां महाराज, ये जे ते तुसीं सवारी की है, ये बड़ा पवित्र शरीर है, वो किसी नूं चढ़ नहीं दिंदा। एक संत महाराज तो बिना कोई दूजा चढ़ता नहीं सी। बाबे ईश्वर सोहना नूं भी एक बार सिੱਟ दिता सी उन्हें। महाराज कहंदे सी गुरु नानक साहब ने साडे वास्ते दरगाह चों भेजिआ है, वो किसी नूं चढ़ नहीं सी दिंदा। उन्हां दे जिन्हां दा घोड़ा सी सूसां वालियां ने चाढ़िया सी, उन्होंने किसी ज्योतिषी नूं पुछया सी भी घोड़ा चढ़ नहीं दिंदा, इहदा की करिए। सुनखा बहुत सी, उच्चा बहुत ज़्यादा सी। उन्हें कहा जां इत्ते कोई चक्रवर्ती राजा जां ब्रह्म अवस्था वाला साधु बैठूगा, होर नहीं बह सकदा। वो बहन दिंदा ही नहीं थी किसी नूं। ते एक बार बाबा ईश्वर सिंह जी महाराज बह गए सी, तो संत महाराज कहंदे बाबा हुण ना बैठ, घोड़े नहंगां दे जांदे, हुण देवराज नहीं हैगा, हुण इहदा सुरती होर होई जाऊगा। बाबे मन्ने नहीं, बाबे ईश्वर सोहनी उत्थे जाके सिੱਟ दित्ते सी उन्हें। सेवादार कहंदे महाराज घड़ीस नहीं होना चाहिए जी, ये चमड़े दी माड़ा टाकियां लै जानियां, किन्नी बेसतकारी होगी।
ਇਹ ਤੇ ਰੱਬ ਨੇ ਸਵਾਰੀ ਕੀਤੀ ਹੈ। ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਮੇਰੇ ਰੂਪ ਹੈ ਇਹ, ਮਹਾਰਾਜ ਤੁਸੀਂ ਸਵਾਰੀ ਕੀਤੀ ਹੈ, ਇਹ ਘੜੀਸ ਨਹੀਂ ਹੋਣਾ ਚਾਹੀਦਾ। ਕਹਿੰਦੇ ਟੋਆ ਪੱਟੋ, ਟੋਆ ਪੱਟਿਆ। ਅੱਜ ਵੀ ਉੱਥੇ ਛੋਟੀ ਜਿਹੀ, ਸਾਨੂੰ ਦੱਸਿਆ ਕਿਸੇ ਨੇ ਦੇਖੀ ਤਾਂ ਹੈ ਨਹੀਂ, ਕਹਿੰਦੇ ਮਟੀ ਬਣੀ ਆ ਛੋਟੀ ਜਿਹੀ। ਟੋਆ ਪੱਟ ਕੇ ਰੱਸੇ ਲੱਭਦੇ ਫਿਰਦੇ ਸੀ। ਹਾਲੇ ਰੱਸੇ ਲੱਭ ਕੇ ਉਹ ਲਿਆਏ ਤਾਂ ਕੋੜਾ ਆਉਂਦਿਆਂ ਨੂੰ ਟੋਏ ਦੇ ਵਿੱਚ। ਕਿਸੇ ਨੇ ਪੁੱਛਿਆ ਮਹਾਰਾਜ ਦੇਵਰਾਜ ਨੂੰ ਕੌਣ ਰੱਖ ਗਿਆ ਜੀ ਵਿੱਚ ਟੋਏ ਦੇ? ਕਹਿੰਦੇ ਤੁਸੀਂ ਕਹਿੰਦੇ ਸੀ ਘੜੀਸ ਨਹੀਂ ਹੋਣਾ ਚਾਹੀਦਾ ਭਾਈ, ਫਰਿਸ਼ਤੇ ਆਏ ਸੀ ਰੱਖ ਗਏ ਵਿੱਚ ਚੱਕ ਕੇ। ਕਮਾਈ ਵਾਲੇ ਪੁਰਸ਼ਾਂ ਦੇ ਘੋੜਿਆਂ ਵਿੱਚ ਵੀ ਪਾਵਰਾਂ, ਉਹਨਾਂ ਦੇ ਹੱਥਾਂ ਵਿੱਚ ਵੀ ਪਾਵਰਾਂ, ਉਹਨਾਂ ਦੀਆਂ ਪੈਰਾਂ ਵਿੱਚ ਵੀ ਪਾਵਰਾਂ। ਕਿਸੇ ਬੀਬੀ ਨੇ ਕਿਹਾ ਮਹਾਰਾਜ ਕਾਮ ਵਾਸ਼ਨਾ ਤੰਗ ਕਰਦੀ, ਕਹਿੰਦੇ ਪੁੱਤ ਗੂਠਾ ਚੁੰਘ ਲਾ ਮੇਰਾ ਪੈਰ ਦਾ। ਮਨ ਸ਼ਾਂਤ ਹੋ ਗਿਆ। ਉਸੇ ਵੇਲੇ ਸ਼ਾਂਤੀ ਦੇ ਸਮੁੰਦਰ। ਜਿਨ੍ਹਾਂ ਨੇ ਦਰਸ਼ਨ ਕੀਤੇ, ਮੇਰਾ ਖਿਆਲ ਦੁਨੀਆ ਗੱਲਾਂ ਕਰਦੀ ਸਾਧਾਂ ਨੂੰ, ਉਹ ਤਾਂ ਬੋਲੇ ਹੀ ਨਹੀਂ। ਜਿਨ੍ਹਾਂ ਨੇ ਦਰਸ਼ਨ ਕਰ ਲਏ ਬੋਲੇ ਨਹੀਂ ਮੁੜ ਕੇ। ਮੈਂ ਬੜੇ ਕੱਟੜ ਬੰਦੇ ਦੇਖੇ ਆ। ਰਾਮਗੜ੍ਹ ਸਰਦਾਰਾਂ ਦੇ ਸਾਡੀ ਰਿਸ਼ਤੇਦਾਰੀ ਆ। ਸਾਡੀ ਭੂਆ ਜੀ ਦਾ ਨਣਦੋਈਆ ਸੀ ਸਰਦਾਰ ਕਰਤਾਰ ਸਿੰਘ ਫਲੌਰ ਵਾਲੇ। ਉਹ ਕਹਿੰਦੇ ਸੀ ਮੈਂ ਨਹੀਂ ਕਿਸੇ ਸੰਤ ਨੂੰ ਮੱਥਾ ਟੇਕਦਾ। ਆਮ ਜਿੱਦਾਂ ਅੱਜ ਦੁਨੀਆ ਨੇ ਸ਼ਰਧਕ ਹੋਈ ਹੈ ਕਿ ਸੰਤ ਕੋਈ ਹੈ ਹੀ ਨਹੀਂ, ਨਿਗਾਹ ਵਿੱਚ ਫਰਕ ਪੈ ਜਾਂਦਾ। ਸੰਤ ਤਾਂ ਹੈਗੇ ਆ। ਕਦੀ ਗੌਰਮੈਂਟ ਦਾ ਮਹਿਕਮਾ ਕੋਈ ਬੰਦ ਹੋਇਆ? ਹਾਲੇ ਤੱਕ ਚੱਲੀ ਜਾਂਦਾ। ਉਹ ਕਹਿੰਦਾ ਮੈਂ ਕਿਸੇ ਸੰਤ ਨੂੰ ਮੰਨਦਾ ਨਹੀਂ ਆ। ਉਹਦੀ ਸੱਸ ਕਹਿਣ ਲੱਗੀ ਕਾਕਾ ਚਲੇ ਤਾਂ ਚੱਲ, ਨਹੀਂ ਮੱਥਾ ਟੇਕਣਾ ਨਾ ਟੇਕੀ, ਤੂੰ ਚਲੇ ਤਾਂ ਚੱਲ। ਉਹ ਸਰਦਾਰ ਕਰਤਾਰ ਸਿੰਘ ਮੈਂ ਦੇਖਿਆ, ਮੇਰੇ ਥੋੜ੍ਹਾ ਚਿਰ ਹੋਇਆ ਚੜ੍ਹਾਈ ਕੀਤੀ ਨੂੰ ਉਹਨੇ। ਜਦ ਲਿਆ ਕੇ ਸਾਹਮਣੇ ਖੜਾ ਕੀਤਾ, ਕਰਤਾਰ ਸਿੰਘ ਨੱਠ ਕੇ ਪੈਰਾਂ 'ਤੇ ਡਿੱਪਿਆ। ਸਾਰੀ ਜ਼ਿੰਦਗੀ ਇੰਨਾ ਪ੍ਰੇਮ, ਉਹਦਾ ਅੱਖਾਂ 'ਚੋਂ ਪਾਣੀ ਬੰਦ ਨਹੀਂ ਸੀ ਹੁੰਦਾ। ਮੈਂ ਤੁਹਾਨੂੰ ਉਹਦੀ ਛੋਟੀ ਜਿਹੀ ਪ੍ਰਮਾਣ ਦਿੰਦਾ। ਉਹਦੀ ਲੜਕੀ ਦਾ ਰਿਸ਼ਤਾ ਸਾਡੇ ਬਜ਼ੁਰਗਾਂ ਨੇ ਕਰਾਇਆ ਸੀ ਟੂਟੋਂ ਮਜਾਰੇ। ਉਹਨਾਂ ਦੇ ਸੀ ਸਮਾਗਮ, ਅਤੇ ਮੈਂ ਵੀ ਗਿਆ ਹੋਇਆ ਸੀ, ਅਤੇ ਉਹ ਸਰਦਾਰ ਕਰਤਾਰ ਸਿੰਘ ਹੁਣੀ ਵੀ ਗਏ ਹੋਏ ਸੀ। ਅੱਡਾ ਉੱਥੋਂ ਜਿੰਨਾ ਕੁ ਤੁਹਾਡਾ ਇੱਥੋਂ ਉਹ ਸੰਤ ਪ੍ਰਧਾਨ ਸਿੰਘ ਹੁਣਾਂ ਦੀ ਸਮਾਧ ਇੰਨੀ ਕੁ ਦੂਰ ਅੱਡਾ ਸੀ, ਬੱਸ ਅੱਡਾ ਤੁਰ ਕੇ ਜਾਣਾ ਪੈਂਦਾ ਸੀ। ਮੈਂ ਤੁਰ ਕੇ ਅੱਡੇ ਨੂੰ ਜਾ ਰਿਹਾ ਸੀ, ਅਤੇ ਉਹ ਕਰਤਾਰ ਸਿੰਘ ਹੁਣੀ ਬਿਰਧ ਸੀ, ਡੰਡਾ ਲੈ ਕੇ ਤੁਰੇ ਜਾਂਦੇ ਸੀ। ਮੇਰੇ ਨਾਲ ਤੁਰ ਪਏ ਅੱਡੇ ਨੂੰ, ਮੇਰੇ ਨਾਲ। ਮੈਂ ਅੱਧ ਕੁ ਵਿੱਚ ਜਾ ਕੇ ਕਿਹਾ, ਮੈਂ ਕਿਹਾ ਸਿਆਣੇ ਬਜ਼ੁਰਗ ਹੈ, ਮੈਂ ਕਿਹਾ ਬਾਬਾ ਜੀ ਤੁਸੀਂ ਮੁੜ ਜਾਓ। ਖੜ੍ਹੇ ਹੋ ਕੇ ਤਾਂ ਡੰਡੇ ਦੇ ਆਸਰੇ ਖੜ੍ਹੇ ਹੋ ਕੇ ਅੱਖਾਂ 'ਚ ਪਾਣੀ ਭਰ ਕੇ ਮੈਨੂੰ ਕਹਿਣ ਲੱਗੇ ਕਾਕਾ ਮੈਂ ਤੈਨੂੰ ਛੱਡਣ ਚੱਲਿਆ, ਮੈਂ ਆਪਣੇ ਪੇ ਨੂੰ ਛੱਡਣ ਚੱਲਿਆ। ਇੰਨੀ ਸ਼ਰਧਾ। ਜਿਹੜੇ ਕੱਟੜ ਤੋਂ ਕੱਟੜ ਬੰਦੇ ਕਹਿੰਦੇ ਸੀ ਕਿ ਸੰਤ ਨੂੰ ਨਹੀਂ ਮੰਨਦੇ, ਉਹ ਵੀ ਚਰਨਾਂ 'ਤੇ ਲੰਮੇ ਡੰਡੌਤਾਂ ਕਰਦੇ ਦੇਖੇ। ਰਾਏ ਕੱਲੇ ਨੇ ਬੇਨਤੀ ਕੀਤੀ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਏ ਕੋਟ ਗਏ। ਉੱਥੇ ਰਾਮਦਿੱਤੇ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗਏ। ਰਾਮਦਿੱਤਾ ਮਹਾਰਾਜ ਦਾ ਸੇਵਕ ਸੀ। ਰਾਮਦਿੱਤੇ ਨੇ ਜਾ ਕੇ ਦੁਕਾਨਦਾਰ ਨੂੰ ਪੁੱਛਿਆ ਵੀ ਜਿਹੜਾ ਰਾਏ ਕੱਲਾ ਚੌਲ ਖਾਂਦਾ ਉਹ ਚੌਲ ਮੈਨੂੰ ਦੇ। ਉਹ ਦੁਕਾਨਦਾਰ ਪੁੱਛਣ ਲੱਗਿਆ ਤੇਰੇ ਐਡਾ ਅਮੀਰ ਬੰਦਾ ਕੌਣ ਆ ਗਿਆ ਜਿਹੜਾ ਰਾਏ ਕੱਲੇ ਵਾਲੇ ਚੌਲ ਖਾਂਦਾ? ਉਹ ਰਾਮਦਿੱਤਾ ਕਹਿਣ ਲੱਗਿਆ ਮੇਰੇ ਘਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਆ, ਸਿੱਖਾਂ ਦੇ ਗੁਰੂ। ਉਹਨੇ ਰਾਏ ਕੱਲੇ ਨੂੰ ਦੱਸ ਦਿੱਤਾ। ਕਹਿੰਦੇ ਰਾਮਦਿੱਤੇ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਆ। ਉਹ ਰਾਏ ਕੱਲੇ ਨੇ ਕਿਹਾ ਮੈਨੂੰ ਦਰਸ਼ਨ ਕਰਾਓ। ਰਾਇਆ ਕੱਲਾ ਸੀਗਾ ਸੌਦਾਗਰ ਘੋੜਿਆਂ ਦਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਘੋੜੇ ਉੱਥੇ ਵੇਚਦਾ ਹੁੰਦਾ ਸੀ ਅਨੰਦਪੁਰ ਸਾਹਿਬ, ਉੱਧਰ ਕਾਬਲ ਕੰਧਾਰ ਤੋਂ ਲਿਆ ਕੇ। ਰਾਏ ਕੱਲਾ, ਗਨੀ ਖਾਂ, ਨਬੀ ਖਾਂ, ਇਹ ਸਾਰੇ ਘੋੜਿਆਂ ਦੇ ਸੌਦਾਗਰ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਰਾਏ ਕੱਲੇ ਨੂੰ ਕਹੀਂ ਜੰਗਲ ਵਿੱਚ ਆ ਜਾਵੇ, ਅਸੀਂ ਉੱਧਰੋਂ ਸ਼ਿਕਾਰ ਖੇਲਦੇ ਆ ਜਾਵਾਂਗੇ, ਉਹ ਉੱਧਰੋਂ ਆ ਜਾਵੇ। ਉਹ ਰਾਏ ਕੱਲਾ ਫਿਰ ਜੰਗਲ ਵਿੱਚ ਆਇਆ ਅਤੇ ਦੇਖ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪੈਰਾਂ 'ਤੇ ਟਹਿ ਪਿਆ, ਲੰਮਾ ਸਿੱਧਾ ਲੰਮਾ ਪੈ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਚਿੱਠੀ ਵੀ ਲਿਖ ਕੇ ਦਿੱਤੀ ਉਹਨਾਂ ਨੂੰ। ਉਹ ਬ੍ਰਾਹਮਣ ਨੇ ਉਹਨਾਂ ਤੱਕ ਪਹੁੰਚਾਈ ਨਹੀਂ ਸੀ। ਉੱਤੇ ਲਿਖਿਆ ਸੀ ਤੂੰ ਸਾਡਾ ਪੁਰਾਣਾ ਸਿੱਖ ਹੈ, ਅਸੀਂ ਤੈਨੂੰ ਹੀ ਮਿਲਣ ਇੱਥੇ ਆਏ ਹਾਂ, ਸਾਡਾ ਹੋਰ ਕੋਈ ਕੰਮ ਇੱਧਰ ਹੈ ਨਹੀਂ ਸੀ। ਇੱਕ ਖੰਡਾ ਦਿੱਤਾ, ਇਹ ਗੰਗਾ ਸਾਗਰ ਦਿੱਤਾ ਰਾਏ ਕੱਲੇ ਨੂੰ।
ਇਹਦੀ ਸੇਵਾ ਰੱਖਿਓ। ਜਿੰਨਾ ਚਿਰ ਸੇਵਾ ਕਰੋਗੇ ਤੁਹਾਡੀ ਚੜ੍ਹਦੀ ਕਲਾ ਰਹੂਗੀ। ਅੱਜ ਵੀ ਉਹ MLA MP ਬਣੇ ਹੋਏ ਆ ਪਾਕਿਸਤਾਨ ਵਿੱਚ। ਇਹ ਖੰਡਾ ਦਿੱਤਾ ਕਿ ਪਹਿਨਣਾ ਨਹੀਂ ਹੈ। ਖੰਡਾ ਰਾਏ ਇਕੱਲੇ ਦੇ ਪੋਤੇ ਨੇ ਪਹਿਨ ਲਿਆ ਸੀ। ਅੱਜ ਵੀ ਤੁਸੀਂ ਸਿੱਧਵਾਂ ਬੇਟ ਤੋਂ ਜਗਰਾਵਾਂ ਨੂੰ ਜਾਓ, ਰਸਤੇ ਦੇ ਵਿੱਚ ਇੱਕ ਕਬਰ ਬਣੀ ਹੋਈ ਆ ਰਾਏ ਇਕੱਲੇ ਦੇ ਪੋਤੇ ਦੀ। ਉਹੀ ਖੰਡਾ ਲੱਗ ਕੇ ਉਹਦੀ ਮੌਤ ਉੱਥੇ ਹੀ ਹੋ ਗਈ ਔਰ ਉੱਥੇ ਹੀ ਉਹਦੀ ਕਬਰ ਬਣਾਤੀ। ਜਿਨ੍ਹਾਂ ਨੇ ਗੁਰੂ ਨਾਲ ਪ੍ਰੇਮ ਕੀਤਾ, ਇਹ ਪ੍ਰੇਮ ਕਰਕੇ ਸਾਰੇ ਨਗਰ ਦੇ ਪ੍ਰੇਮੀ ਬਹੁਤ ਸਾਰੇ, ਹਰਖਵਾਲ ਬਹੁਤ ਅੱਗੇ ਤੋਂ ਅੱਗੇ ਗਿਣਤੀ ਵੱਧਦੀ ਜਾਂਦੀ ਹੈ ਅਤੇ ਗੁਰੂ ਦੀ ਕਿਰਪਾ ਹੈ, ਬਹੁਤ ਸੇਵਾ ਕੀਤੀ ਹੈ। ਨੌਜਵਾਨ ਗਗਨਦੀਪ ਨੇ, ਇਹ ਉਹਦੀ ਹਿੰਮਤ ਹੈ। ਉਹਦੀ ਇੱਛਾ ਸੀ ਵੀ ਕੋਈ ਮਨਾਵੇ ਚਾਹੇ ਨਾ ਮਨਾਵੇ, ਮੈਂ ਜ਼ਰੂਰ ਮਨਾਉਣੀ ਹੈ। ਪਰ ਸ਼ਾਬਾਸ਼ ਸੇਵਾਦਾਰਾਂ ਦੇ, ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵਿੱਚ ਰਲੇ ਆ, ਸੇਵਾ ਕਰਦੇ ਆ, ਤਨ ਕਰਕੇ, ਮਨ ਕਰਕੇ, ਧਨ ਕਰਕੇ। ਬਹੁਤ ਸਾਰੇ ਹੱਥੀਂ ਸੇਵਾ ਕਰਦੇ ਆ, ਸਾਰਿਆਂ ਦਾ ਧੰਨਵਾਦ ਹੈ। ਜਿਨ੍ਹਾਂ ਦੀ ਯਾਦ ਗੁਰੂਆਂ ਪੀਰਾਂ ਦੀ, ਭਾਈ ਗੁਰਦਾਸ ਜੀ ਲਿਖਦੇ ਆ, ਕੁਰਬਾਨੀ ਤੇ ਨਾ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ। ਉਹਨਾਂ ਦੇ ਕੁਰਬਾਨ ਜਾਈਏ ਕਹਿੰਦੇ, ਜਿਹੜੇ ਆਪਣੇ ਗੁਰੂਆਂ ਪੀਰਾਂ ਦੇ ਦਿਨ ਮਨਾਉਂਦੇ ਆ। ਸੋ ਸਾਰੇ ਨਗਰ ਦਾ ਬਹੁਤ ਇਸ ਨਗਰ 'ਤੇ ਕਿਰਪਾ ਦੇਖੀ ਹੈ। ਮੈਂ ਤਾਂ ਮੁੰਡੇ ਨੂੰ ਕਿਹਾ ਸੀ ਕਿ ਸ਼ਾਮ ਨੂੰ ਆਪਣੇ ਰਾਗੀ ਸੱਦ ਲਿਆ ਕਰੋ, ਕੋਈ ਗੱਲ ਨਹੀਂ। ਮੈਂ ਅਖੰਡ ਪਾਠ ਦੇ ਮੋਹਰੇ ਨਹੀਂ ਲਾਉਂਦਾ ਹੁੰਦਾ ਰਾਗੀ, ਪਾਠ ਚੱਲਦਾ ਹੁੰਦਾ, ਅੱਗੇ ਪਿੱਛੇ ਲਾ ਲਿਆ ਕਰੋ, ਕੋਈ ਗੱਲ ਨਹੀਂ, ਲੈ ਆਇਆ ਕਰੋ ਮੁੰਡੇ, ਆ ਜਾਇਆ ਕਰੋ। ਇਹਨੇ ਕਿਹੜਾ ਕੋਈ ਪੈਸਾ ਲੈਣਾ, ਵਿਚਾਰੇ ਇਹ ਤਾਂ ਪ੍ਰੇਮ ਵਾਲੇ ਹੀ ਮੁੰਡੇ ਆ। ਜੇ ਇੰਨੀ ਸੰਗਤ ਜ਼ਿਆਦਾ ਹੋ ਜਾਂਦੀ ਰਾਤ ਨੂੰ ਦੀਵਾਨ ਲਾ ਲਿਆ ਕਰੋ। ਬੇਸ਼ੱਕ ਮੈਂ ਤਾਂ ਉਦਣ ਵੀ ਗਗਨਦੀਪ ਨੂੰ ਕਿਹਾ ਸੀ ਵੀ ਤੁਸੀਂ ਆਪਣੇ ਮੁੰਡਿਆਂ ਨੂੰ ਸੱਦ ਲੈਣਾ ਸੀ। ਜੇ ਅਖੰਡ ਪਾਠ ਉੱਧਰ ਰੱਖਿਆ ਸੀ, ਇੱਥੇ ਦੀਵਾਨ ਰਾਤ ਨੂੰ ਲਾ ਲੈਣਾ ਸੀ। ਸਾਰਿਆਂ ਦਾ ਧੰਨਵਾਦ, ਨਗਰ ਨਿਵਾਸੀਆਂ ਦਾ, ਹੋਰ ਜਿਹੜੇ ਆਲੇ ਦੁਆਲੇ ਪਿੰਡਾਂ ਤੋਂ ਆਏ ਆ, ਉਹ ਪ੍ਰੇਮ ਕਰਕੇ ਆਏ ਆ। ਇੱਕ ਗੱਲ ਚੇਤਾ ਰੱਖਿਓ, ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਨਹੀਂ ਛਕਿਆ ਮੈਂ ਉਹਨਾਂ ਨੂੰ ਵੀ ਕਹਿ ਦਿੰਦਾ ਉਹਦਾ ਠੀਕ ਹੈ। ਜਿਹਨੇ ਛਕਿਆ ਉਹ ਜ਼ਰੂਰ ਚੇਤਾ ਰੱਖਿਆ ਕਰੋ, ਇੱਕ ਟਾਈਮ ਮੰਨਿਆ ਕਰੋ ਉੱਠਣੇ ਦਾ। ਬਹੁਤਾ ਹਨੇਰੇ ਨਹੀਂ ਉੱਠਣਾ, ਸਵੇਰ ਨੂੰ ਇੱਕ ਟਾਈਮ ਉੱਠਿਆ ਕਰੋ। ਇੱਕ ਟਾਈਮ 'ਤੇ ਜਿੱਦਾਂ ਤੁਸੀਂ ਕਿਸੇ ਨਾਲ ਗੱਲ ਬੰਨ੍ਹ ਲਈ ਵੀ ਮੈਂ 5 ਵਜੇ ਰੋਜ਼ ਉੱਠਣਾ, ਰੱਬ ਨੂੰ ਮਿਲਣਾ, ਰੱਬ 5 ਵਜੇ ਆ ਕੇ ਬਹਿ ਜਾਊਗਾ। ਜੇ ਤੁਸੀਂ ਕਦੀ 5 ਵਜੇ, ਕਦੀ 7 ਵਜੇ, ਕਦੀ, ਉਹ ਕਹਿੰਦੇ ਇਹਦਾ ਤਾਂ ਕੋਈ ਟਾਈਮ ਹੀ ਹੈ ਨਹੀਂ। ਜਦੋਂ ਇੱਕ ਟਾਈਮ ਤੁਸੀਂ ਬੰਨੋਗੇ, ਰੱਬ ਉੱਥੇ ਆ ਕੇ ਖੜ੍ਹਾ ਹੋ ਜਾਊਗਾ। ਇੱਕ ਟਾਈਮ ਸਕੂਲੇ ਜਾਵੇ, ਵਿਦਿਆਰਥੀ ਤਰੱਕੀ ਕਰ ਜਾਂਦਾ। ਸਕੂਲੇ ਨਾ ਜਾਵੇ, ਸਕੂਲੋਂ ਕੱਢ ਦਿੰਦੇ ਆ। ਫੌਜੀ ਟਾਈਮ ਨਾਲ ਨਾ ਜਾਵੇ, ਫੌਜ 'ਚੋਂ ਕੱਢ ਦਿੰਦੇ ਆ। ਅਫਸਰ ਟਾਈਮ ਨਾਲ ਆਪਣੇ ਦਫ਼ਤਰ ਵਿੱਚ ਨਾ ਜਾਵੇ, ਕੱਢ ਦਿੰਦੇ। ਆਪਣਾ ਇੱਕ ਟਾਈਮ ਰੱਖਿਆ ਕਰੋ। ਜਿਨ੍ਹਾਂ ਨੌਜਵਾਨਾਂ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਨਹੀਂ ਛਕਿਆ ਉਹ ਵੀ ਟਾਈਮ ਰੱਖ ਲਓ। ਆਪਣਾ ਟਾਈਮ ਦੇ ਨਾਲ ਨਿਤਨੇਮ ਕਰਿਆ ਕਰੋ। ਸਾਰਾ ਨਗਰ ਦਾ, ਸਾਰਿਆਂ ਦਾ ਧੰਨਵਾਦ। ਸਰਪੰਚ ਸਾਹਿਬ ਪਹਿਲਾਂ ਤਾਂ ਨਹੀਂ ਸੀ ਆਉਂਦੇ, ਉਹ ਵੀ ਬੜਾ ਪ੍ਰੇਮ ਰੱਖਦੇ ਆ ਉੱਥੇ, ਉਹਨਾਂ ਦਾ ਵੀ ਬੜਾ ਧੰਨਵਾਦ ਹੈ। ਕੋਈ ਕੰਮ ਹੋਵੇ ਇੱਥੇ ਹਰਖਵਾਲ ਮਹਾਰਾਜ ਦੇ ਚਰਨਾਂ 'ਚ ਜਾ ਕੇ ਬੇਨਤੀ ਕਰਦੇ, ਉਹ ਵੀ ਪਰਿਵਾਰ, ਹੋਰ ਵੀ ਕਿਹਦਾ ਨਾਂ ਲਈਏ, ਸਾਰੇ ਇੱਕ ਦੂਏ ਦੇ ਵਾਧੂ ਪ੍ਰੇਮੀ ਆ। ਸੋ ਬਾਕੀ ਮੱਲੀ ਨੰਗਲ ਵਾਲੇ, ਹੋਰ ਆਲੇ ਦੁਆਲੇ ਨਗਰਾਂ ਵਾਲੇ, ਸਾਰੇ ਪ੍ਰੇਮੀ ਇਕੱਠੇ ਹੋਏ ਆ। ਸਾਰਿਆਂ ਦਾ ਧੰਨਵਾਦ ਜੀ। ਭਾਈ ਪ੍ਰਗਟ ਸਿੰਘ ਹੁਣੇ ਕਹਿੰਦੇ ਸੀ ਤੁਹਾਡੀ ਮਰਜ਼ੀ ਹੈ। ਮੈਂ ਕਿਹਾ ਜੇ ਤਾਂ ਕੰਮ ਚੱਲ ਪਿਆ, ਪਤਾ ਨਹੀਂ ਰੱਬ ਦੀ ਮਰਜ਼ੀ ਆ, ਚੱਲ ਪਿਆ ਫਿਰ ਤਾਂ ਭਾਵੇਂ 2-2.5 ਘੰਟੇ ਲਾ ਦਈਏ। ਮੇਰੀ ਸਿਹਤ ਚੰਗੀ ਨਾ ਸੀ, ਚਲੋ ਜਿੰਨਾ ਗੁਰੂ ਨੇ ਕਿਰਪਾ ਕੀਤੀ ਆ ਇੰਨਾ ਕੁ ਸਮਾਂ ਪ੍ਰਵਾਨ ਕਰ ਲਿਓ ਜੀ। ਸਾਰੀ ਸੰਗਤ ਇੱਕ ਵਾਰ ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।